ਸਤਿ ਸ਼੍ਰੀ ਅਕਾਲ ਜੀ। ਸੋ ਸਾਰਿਆਂ ਨੂੰ ਜਿਵੇਂ ਕਿ ਅਸੀਂ ਵਿਸ਼ਵਾਸ ਦਿਵਾਇਆ ਸੀਗਾ ਜੀ ਕਿ ਅਸੀਂ ਪਾਰਟ 2 ਦੇ ਵਿੱਚ ਉਹ ਸਾਰੇ ਬੱਚਿਆਂ ਦੇ ਜਿਨ੍ਹਾਂ ਦੇ ਸਵਾਲ ਸਾਡੇ ਤੱਕ ਆਏ ਹਨ, ਉਹਨਾਂ ਦੇ ਵਿੱਚ ਕਈ ਮਾਪਿਆਂ ਨੇ ਵੀ ਸਾਨੂੰ ਸਵਾਲ ਕੀਤੇ ਆ। ਸੋ 1 ਬਾਏ 1 ਅੱਜ ਅਸੀਂ ਜਿਹੜਾ ਜੀ ਸਵਾਲਾਂ ਦਾ ਸੈਸ਼ਨ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹੈਗੇ ਆ, ਕਿਉਂਕਿ ਇਹਦੇ ਰਾਹੀਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਬੱਚਿਆਂ ਦੇ ਦਿਮਾਗ ਦੇ ਵਿੱਚ ਕੀ ਗੱਲਾਂ ਜਾ ਰਹੀਆਂ ਹਨ, ਔਰ ਉਹ ਗੱਲਾਂ ਕਿ ਕੋਈ ਇੱਕ ਕੰਸਲਟੈਂਟ ਸੱਚ ਬੋਲ ਕੇ ਜਾਂ ਸਾਫ਼ ਸੁਥਰੇ ਤਰੀਕੇ ਨਾਲ ਉਸ ਬੱਚੇ ਨੂੰ ਇਹ ਗੱਲਾਂ ਬਾਰੇ ਜਾਣਕਾਰੀ ਦੇ ਰਿਹਾ ਹੈ। ਕਿਉਂਕਿ ਜੇ ਤੁਸੀਂ ਬੱਚਿਆਂ ਦੇ ਸਵਾਲਾਂ ਨੂੰ ਫੇਸਬੁੱਕ ਉੱਤੇ ਜਾਂ YouTube ਉੱਤੇ ਲੈ ਕੇ ਕਮੈਂਟ ਬਾਕਸ ਦੇ ਵਿੱਚ ਭਰਦੇ ਰਹੋ, ਬਟ ਜੇ ਤੁਸੀਂ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੋਗੇ ਤਾਂ ਡੈਫੀਨੇਟਲੀ ਬੱਚਾ ਕਨਫਿਊਜ਼ ਰਹੇਗਾ। ਬਟ ਅੱਜ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਕਿ ਤੁਹਾਨੂੰ ਇਹ ਚੀਜ਼ਾਂ ਸਾਰੀਆਂ ਦੱਸੀਆਂ ਜਾਵੇ। ਸੋ ਪਹਿਲਾ ਸਵਾਲ ਜੀ ਬੱਚੇ ਦਾ ਸੀਗਾ ਜੀ, ਜੋ ਕਿ ਮੈਂ ਤੁਹਾਡੇ ਨਾਲ ਕਰਨ ਜਾ ਰਿਹਾ ਹੈਗਾ। ਉਹਦੇ ਵਿੱਚ ਸਵਾਲ ਹੈਗਾ ਜੀ ਕਿ ਸਰ DLI ਤੋਂ DLI ਦਾ ਮੀਨਿੰਗ ਕੀ ਹੈਗਾ। ਚਲੋ ਜੀ, ਬਹੁਤ ਵਧੀਆ ਸਵਾਲ ਹੈ। ਸੋ DLI ਦਾ ਮਤਲਬ ਹੈਗਾ ਜੀ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਟ, ਜਿਹਦੇ ਵਿੱਚ ਅਸੀਂ ਇੱਕ ਇੰਸਟੀਟਿਊਟ ਤੋਂ ਦੂਜੇ ਇੰਸਟੀਟਿਊਟ ਦੇ ਵਿੱਚ ਜੇ ਅਸੀਂ ਆਪਣੇ ਕੋਰਸ ਨੂੰ ਚੇਂਜ ਕਰਨਾ ਚਾਹੁੰਦੇ ਹਾਂ ਤੇ ਇਹਦੀ ਫੁੱਲ ਫਾਰਮ ਦਾ ਮਤਲਬ ਹੈਗਾ ਜੀ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਟ, ਯਾਨੀ ਤੁਸੀਂ ਇੱਕ ਇੰਸਟੀਟਿਊਟ ਤੋਂ ਦੂਜੇ ਇੰਸਟੀਟਿਊਟ ਦੇ ਵਿੱਚ ਜਿਹੜਾ ਹੈਗਾ ਜੀ ਆਪਣੀ ਦਾਖਲਾ ਜਿਹੜਾ ਹੈਗਾ ਜੀ ਉਹ ਕਰਾ ਸਕਦੇ ਹੈਗੇ ਹੋ। ਠੀਕ ਹੈ ਜੀ। ਸੋ ਉਸ ਤੋਂ ਬਾਅਦ ਸਵਾਲ ਸੀਗਾ ਜੀ ਕਿ ਅਸੀਂ ਆਪਣੀ ਅੰਬੈਸੀ ਦੇ ਵਿੱਚ ਫਾਈਲ ਪੁੱਟ ਕੀਤੀ ਹੈਗੀ ਹੈ, ਕੀ ਅਸੀਂ ਆਪਣੀ ਟਿਊਸ਼ਨ ਫੀਸ ਨੂੰ ਵਿਡਰਾਅ ਕਰ ਸਕਦੇ ਹੈਗੇ ਆ ਤੇ ਕਿੰਨਾ ਕੁ ਟਾਈਮ ਲੱਗੇਗਾ। ਠੀਕ ਹੈ ਜੀ। ਸੋ ਮੈਂ ਦੱਸਣਾ ਚਾਹੂँਗਾ ਜੀ ਕਿ ਬੱਚੇ ਦਾ ਸਵਾਲ ਬਹੁਤ ਵਧੀਆ ਹੈਗਾ। ਸੋ ਜਿਹੜਾ ਬੱਚਾ ਇਹ ਪੁੱਛ ਰਿਹਾ ਹੈਗਾ ਜੀ ਅਰੁਣ ਕੁਮਾਰ ਜੀ, ਤੁਹਾਨੂੰ ਇਹ ਦੱਸਣਾ ਚਾਹਾਂਗੇ ਜੀ ਇਸ ਸਵਾਲ ਦੇ ਵਿੱਚ ਜੀ ਕਿ ਅੰਬੈਸੀ ਦੇ ਵੱਲੋਂ ਜੇ ਡਿਸੀਜ਼ਨ ਤੁਹਾਡਾ ਨਹੀਂ ਵੀ ਆ ਰਿਹਾ ਤਾਂ ਯੈਸ ਤੁਸੀਂ ਕਾਲਜ ਤੋਂ ਰਿਫੰਡ ਲੈ ਸਕਦੇ ਹੈਗੇ ਹੋ। ਤੇ IRCC ਲਾਇਰਸ ਦੀ ਹੈਲਪ ਦੇ ਨਾਲ ਜੇ ਤੁਸੀਂ ਸਾਡੇ ਨਾਲ ਰਾਬਤਾ ਕਰਦੇ ਹੋ, ਸਾਡੀ ਇੱਕ IRCC ਦੀ ਲਾਇਰਸ ਦੀ ਪੂਰੀ ਟੀਮ ਹੈਗੀ ਹੈ ਜਿਹੜੀ ਕਿ ਇਸ ਟਾਈਮ ਦੇ ਵਿੱਚ ਬੱਚਿਆਂ ਨੂੰ ਸਪੋਰਟ ਕਰ ਰਹੀ ਹੈਗੀ ਹੈ, ਜਿਵੇਂ ਕਿ ਖਾਲਸਾ ਏਡ ਵਾਲੇ ਕਰ ਰਹੇ ਹੈ, ਇਵੇਂ ਹੀ ਕੈਨੇਡਾ ਦੇ ਵਿੱਚ ICCRC ਵਾਲੇ ਜਿਹੜੇ ਹੈਗੇ ਜੀ ਉਪਰਾਲਾ ਕਰ ਰਹੇ ਹੈ ਕਿ ਬੱਚਿਆਂ ਦੀ ਹੈਲਪ ਕਰਨ ਨੂੰ ਤਿਆਰ ਨੇ। ਤੇ ਯੈਸ ਤੁਸੀਂ ਆਪਣੀ ਫੀਸ ਨੂੰ ਵਿਡਰਾਅ ਕਰ ਸਕਦੇ ਹੈਗੇ ਹੋ, ਤੁਸੀਂ ਕਾਲਜ ਨੂੰ ਮੇਲ ਪਾ ਸਕਦੇ ਹੈਗੇ ਹੋ। ਜੇ ਤੁਹਾਡੇ ਕਿਸੇ ਏਜੰਟ ਨੇ ਤੁਹਾਡੀ ਈਮੇਲ ID ਕ੍ਰੀਏਟ ਕੀਤੀ ਹੈਗੀ ਜਿਸ ਦੁਆਰਾ ਤੁਹਾਡੀ LOA ਅਪਲਾਈ ਕੀਤੀ, ਜੋ ਕੋਰਸਪੋਂਡੈਂਸ ਤੁਹਾਡੀ ਬੈਕ ਟੂ ਬੈਕ ਕਾਲਜ ਦੇ ਨਾਲ ਹੋਈ ਹੈਗੀ ਹੈ ਉਸ ਈਮੇਲ ਰਾਹੀਂ, ਜੇ ਉਹ ਤੁਹਾਡਾ ਕੰਸਲਟੈਂਟ ਤੁਹਾਨੂੰ ਈਮੇਲ ID ਦੇ ਦਿੰਦਾ ਹੈਗਾ ਤੇ ਵੈਲ ਐਂਡ ਗੁੱਡ ਹੈ। ਜੇ ਉਹ ਤੁਹਾਨੂੰ ਟਰਕਾਉਂਦਾ ਹੈਗਾ ਜਾਂ ਤੁਹਾਨੂੰ ਬਹਾਨੇ ਮਾਰਦਾ ਹੈਗਾ ਵੀ ਤੁਸੀਂ ਵੇਟ ਕਰ ਲਓ ਡਿਸੀਜ਼ਨ ਵਾਸਤੇ, ਜਿਹੜਾ 1 ਸਾਲ ਤੋਂ ਡਿਸੀਜ਼ਨ ਨਹੀਂ ਆ ਸਕਿਆ, 365 ਦਿਨ ਦੇ ਵਿੱਚ ਨਹੀਂ ਆ ਸਕਿਆ, ਤੇ ਉਹ ਸ਼ਾਇਦ 1 ਮਹੀਨੇ 'ਚ ਕਿੱਥੋਂ ਆ ਜਾਏਗਾ। ਸੋ ਜੇ ਨਹੀਂ ਦਿੰਦੇ ਹੈਗੇ ਤਾਂ ਤੁਸੀਂ ਇਸ ਬਾਰੇ ਜਾਣਕਾਰੀ SS ਇਮੀਗ੍ਰੇਸ਼ਨ ਦੀ ਟੀਮ ਕੋਲ ਲੈ ਸਕਦੇ ਹੋ ਵੀ ਕਿੱਦਾਂ ਤੁਸੀਂ ਆਪਣਾ ਰਿਫੰਡ ਨੂੰ ਮੰਗਵਾ ਸਕਦੇ ਹੈਗੇ ਹੋ। ਯੈਸ, ਹਰ ਇੱਕ ਕਾਲਜ ਨੇ ਆਪਣੇ ਰਿਫੰਡ ਫਾਰਮ ਜਿਹੜੇ ਹੈਗੇ ਜੀ ਆਪਣੀ ਵੈਬਸਾਈਟ ਤੇ ਪਾਏ ਹੋਏ ਹੈਗੇ ਆ, ਤੁਸੀਂ ਉਹ ਰਿਫੰਡ ਫਾਰਮ ਨੂੰ ਫਿਲ ਕਰਕੇ ਜੀ ਤੁਸੀਂ ਆਪਣਾ ਰਿਫੰਡ ਲੈ ਸਕਦੇ ਹੋ। ਫਾਈਲ ਚਾਹੇ ਤੁਹਾਡੀ ਅੰਬੈਸੀ 'ਚ ਲੱਗੀ ਹੈ ਜੀ, ਉਹਦੇ ਨਾਲ ਇਹ ਮੈਟਰ ਨਹੀਂ ਕਰਦਾ, ਕਿਉਂਕਿ ਤੁਸੀਂ ਸਿਰਫ ਟਿਊਸ਼ਨ ਫੀਸ ਨੂੰ ਵਿਡਰਾਅ ਕਰੋ ਤੇ ਦੂਜੇ ਕਾਲਜ ਦੇ ਵਿੱਚ ਅਪਲਾਈ ਕਰਕੇ ਉਹਦੀ LOA ਲਓ। ਸੋ ਮੈਂ ਤੁਹਾਨੂੰ ਸਲਾਹ ਦਊਂਗਾ ਕਿ ਮੌਂਟਰੀਅਲ ਦੇ ਵਿੱਚ ਤੁਸੀਂ ਨਾ ਅਪਲਾਈ ਕਰਿਓ, ਕਿਉਂਕਿ ਅੱਜ ਜਿਹੜਾ ਇੱਕ ਕਾਲਜ ਜਿਹੜਾ ਕਿ ਬਲੈਕ ਲਿਸਟ ਹੋ ਚੁੱਕਾ ਹੈ, ਡੈਫੀਨੇਟਲੀ ਜਿਹੜੇ ਵੀ ਕਾਲਜ ਤੁਸੀਂ ਮੌਂਟਰੀਅਲ 'ਚ ਕਰੋਗੇ ਉਹ ਵੀ ਅੱਜ ਨਹੀਂ ਤਾਂ ਕੱਲ੍ਹ ਉਹ ਵੀ ਬਲੈਕ ਲਿਸਟ ਦੇ ਵਿੱਚ ਆ ਜਾਊਗਾ, ਕਿਉਂਕਿ ਜਿਹੜੀ ਠੱਗੀਆਂ ਦਾ ਜਿਹੜਾ ਉੱਥੇ ਜਿਹੜਾ ਦੌਰ ਚੱਲਦਾ ਪਿਆ ਜੀ ਉਹ ਡੈਫੀਨੇਟਲੀ ਜੀ ਇੱਕ ਠੱਗ ਕਾਲਜ ਦੂਜੇ ਕਾਲਜ ਨੂੰ ਵੀ ਆਪਣੀ ਠੱਗੀ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੇਗਾ ਤੇ ਤੁਸੀਂ ਉਹ ਠੱਗਾਂ ਤੋਂ ਬਚਣ ਦੀ ਕੋਸ਼ਿਸ਼ ਕਰੋ, ਕਿਉਂਕਿ ਭਵਿੱਖ ਤੁਹਾਡਾ ਖਰਾਬ ਹੈ, ਫੀਸ ਤੁਹਾਡੀ ਫਸੀ ਪਈ ਹੈ ਜੀ, ਟੈਨਸ਼ਨ 'ਚ ਤੁਸੀਂ ਹੈਗੇ ਹੋ, ਹੋਰ ਕਿਸੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਤੇ ਦੂਜੀ ਪ੍ਰੋਵਿੰਸਿਸ ਦੇ ਵਿੱਚ ਅਪਲਾਈ ਕਰੋ। ਸੋ ਮੈਂ ਕਹਿਣਾ ਚਾਹੂँਗਾ ਤੁਹਾਨੂੰ। ਠੀਕ ਹੈ ਜੀ। ਸੋ ਨੈਕਸਟ ਸਵਾਲ ਹੈਗਾ ਜੀ ਆਪਣਾ ਨਿਸ਼ਾ, I applied my application on November 20, ਯਾਨੀ ਮੈਂ ਆਪਣੀ ਐਪਲੀਕੇਸ਼ਨ ਨੂੰ 20 ਨਵੰਬਰ 2020 ਦੇ ਵਿੱਚ ਕੀਤਾ ਜੀ ਤੇ ਜਨਵਰੀ 2021 ਦੇ ਵਿੱਚ ਕੋਰਸ ਇਨ ਮੌਂਟਰੀਅਲ ਐਜ਼ ਅ ਸਟੂਡੈਂਟ ਹਾਈਲਾਈਟਡ ਬਟ ਡਿਊ ਟੂ ਦ ਡਿਲੇ ਇਨ ਡਿਸੀਜ਼ਨ, ਜੀ ਮੈਂ ਉਹ ਆਪਣਾ ਡੈਫਰ ਕਰ ਸਕਦੀ ਹੈਗੀ ਆ। ਦੇਖੋ ਨਿਸ਼ਾ, ਮੈਂ ਇਹ ਗੱਲ ਕਹਿਣਾ ਚਾਹੂੰਗਾ ਤੁਹਾਨੂੰ ਕਿ ਤੁਸੀਂ ਜੇ ਨਵੰਬਰ 2020 ਦੇ ਵਿੱਚ ਅਪਲਾਈ ਕੀਤਾ ਹੈਗਾ ਤੇ ਤੁਸੀਂ ਜਿਹੜਾ ਹੈਗਾ ਜੀ ਆਪਣਾ ਕੋਰਸ ਨੂੰ ਡੈਫਰ ਕਰਨਾ ਚਾਹੁੰਦੇ ਹੋ। ਅਗਰ ਤੁਸੀਂ ਆਪਣੇ ਕਾਲਜ ਨਾਲ ਇਹ ਗੱਲ ਕਰੋ ਕਿ ਜੋ ਹਾਲਾਤ ਮੌਜੂਦਾ ਚੱਲ ਰਹੇ ਹੈਗੇ ਹੈ ਤੇ ਡੈਫੀਨੇਟਲੀ ਜੇ ਕਾਲਜ ਤੁਹਾਨੂੰ ਪਰਮਿਸ਼ਨ ਦਿੰਦਾ ਹੈਗਾ ਤੇ ਤੁਸੀਂ ਆਪਣੀ ਡੈਫਰਮੈਂਟ ਲੈਟਰ ਯਾਨੀ ਕਿ ਆਪਣੀ ਨਵੀਂ LOA ਜੈਨ ਇਨਟੇਕ ਦੀ ਲੈ ਕੇ ਯੈਸ ਕਰ ਸਕਦੇ ਹੈਗੇ ਹੋ। ਬਟ ਅਗਰ ਕਾਲਜ ਇਸ ਚੀਜ਼ ਤੋਂ ਨਹੀਂ ਮੰਨਿਆ, ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਾਲਜਸ ਦੇ ਵਿੱਚ ਇਹ ਦਿੱਕਤ ਆ ਰਹੀ ਹੈਗੀ ਹੈ, ਸੋ ਸਸਪੈਂਡਡ ਕਾਲਜ ਦੇ ਵਿੱਚ ਤਾਂ ਤੁਸੀਂ ਇਹ ਉਮੀਦ ਰੱਖੋ ਨਾ ਕਿ ਤੁਹਾਨੂੰ ਡੈਫਰਮੈਂਟ ਲੈਟਰ ਲੈਣ ਦਾ ਵੀ ਕੋਈ ਫਾਇਦਾ ਹੋਏਗਾ ਤੇ ਤੁਸੀਂ ਯੈਸ ਆਪਣੀ ਜਿਹੜੀ ਹੈਗੀ ਹੈ ਜੀ
2021 ਐਪਲੀਕੇਸ਼ਨ ਜਿਹੜੀ ਹੈਗੀ ਹੈ ਸੈਪਟੈਂਬਰ ਇਨਟੇਕ ਵਾਸਤੇ ਤੁਸੀਂ ਕਿਸੇ ਹੋਰ ਕਾਲਜ ਦੇ ਵਿੱਚ ਯਾਨੀ ਕਿ ਅਦਰ ਪ੍ਰੋਵਿੰਸਿਸ ਰੈਦਰ ਦੈਨ ਕਿਊਬਿਕ ਦੇ ਵਿੱਚ ਤੁਸੀਂ ਟ੍ਰਾਂਸਫਰ ਲੈ ਸਕਦੇ ਹੈਗੇ ਹੋ, ਕਿਉਂਕਿ ਕੋਈ ਫਾਇਦਾ ਨਹੀਂ ਹੈਗਾ ਆਪਣਾ ਟਾਈਮ ਵੇਸਟ ਕਰਨ ਦਾ। ਜੇ ਤੁਹਾਨੂੰ ਸਾਲ ਹੋ ਗਿਆ ਜੀ 20 ਨਵੰਬਰ 2020 ਦੇ ਵਿੱਚ ਤੁਸੀਂ ਇਹ ਐਪਲੀਕੇਸ਼ਨਾਂ ਨੂੰ ਲੌਂਚ ਕੀਤੀ ਹੈਗੀ, ਜੇ 20 ਦੇ ਵਿੱਚ ਤੁਹਾਡਾ ਰਿਜ਼ਲਟ ਨਹੀਂ ਆਇਆ ਤਾਂ ਡੈਫੀਨੇਟਲੀ ਉਹ 21 ਦੇ ਵਿੱਚ ਵੀ ਨਹੀਂ ਆਏਗਾ, ਠੀਕ ਹੈ ਜੀ। ਸੋ ਤੁਸੀਂ ਇਸ ਚੀਜ਼ ਨੂੰ ਸਵਿਚ ਕਰੋ ਰੈਦਰ ਦੈਨ ਕਿ ਡੈਫਰਮੈਂਟ ਨੂੰ ਲੈ ਕੇ। ਓਕੇ, ਉਸ ਤੋਂ ਬਾਅਦ ਜੀ ਨੈਕਸਟ ਸਵਾਲ ਹੈਗਾ ਜੀ I have took a CDI college in Jan 2020 and I yet to get a decision from my application. Can you imagine how much stress me and my family? ਸੋ ਬੱਚੇ ਦਾ ਸਵਾਲ ਹੈਗਾ ਜੀ। ਸੋ ਸੰਦੀਪ ਜੀ ਨੇ ਬਹੁਤ ਹੀ ਵਧੀਆ ਗੱਲ ਲਿਖੀ ਹੈ, ਸੰਦੀਪ ਕੁੜੀ ਨੇ, ਕਿ ਜੀ ਮੈਂ ਆਪਣੀ CDI ਕਾਲਜ ਦੇ ਵਿੱਚ ਜੈਨ 2020 ਦੀ ਐਡਮਿਸ਼ਨ ਕਰਾਈ ਹੋਈ ਹੈਗੀ ਹੈ ਤੇ ਮੇਰਾ ਹਾਲੇ ਤੱਕ ਡਿਸੀਜਨ ਨਹੀਂ ਆ ਰਿਹਾ ਵੀਜ਼ਾ ਐਪਲੀਕੇਸ਼ਨ ਦਾ। ਤੇ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਮੈਂ ਕਿੰਨੀ ਸਟ੍ਰੈਸ ਦੇ ਵਿੱਚ ਜਾ ਰਹੀ ਹਾਂ, ਮੇਰਾ ਪਰਿਵਾਰ ਕਿੰਨੇ ਸਟ੍ਰੈਸ ਦੇ ਵਿੱਚ ਜਾ ਰਿਹਾ, ਅਸੀਂ ਕਿੰਨਾ ਕੁ ਪੈਸਾ ਆਪਣਾ ਫਸਾ ਚੁੱਕੇ ਹਾਂ, ਔਰ ਜਿਹੜਾ ਅਸੀਂ ਪੈਸਾ ਇੱਧਰੋਂ ਉੱਧਰੋਂ ਚੱਕ ਕੇ ਜੀ ਚਾਹੇ ਲੋਨ ਲਿੱਤਾ ਸੀਗਾ ਜੀ, ਅਸੀਂ ਉਹਨਾਂ ਦਾ ਇੰਟਰਸਟ ਪੇ ਕਰਕੇ ਥੱਕ ਗਏ ਹਾਂ। ਤੇ ਅਸੀਂ ਜੇ ਆਪਣੇ ਏਜੰਟ ਨੂੰ ਇਹ ਗੱਲ ਕਹਿੰਦੇ ਆ ਜੀ ਕਿ ਕੋਈ ਹੱਲ ਦੱਸੋ, ਤੇ ਏਜੰਟ ਕਹਿੰਦਾ ਜੀ ਥੋੜ੍ਹਾ ਸਬਰ ਕਰੋ, ਰਿਜ਼ਲਟ ਆ ਜਾਣਗੇ। ਬਟ ਸਬਰ ਕਰਕੇ ਜੀ ਸਾਨੂੰ ਸਰ ਅੱਜ 1 ਸਾਲ ਹੋ ਗਿਆ ਤੇ ਦੱਸੋ ਸਾਨੂੰ ਕੀ ਕਰਨਾ ਚਾਹੀਦਾ। ਸੋ ਨਿਸ਼ਾ ਮੈਂ ਇਹੀ ਗੱਲ ਕਹਿਣਾ ਚਾਹੂੰਗਾ ਕਿ ਜਿਹੜਾ ਡਿਸੀਜਨ ਤੁਹਾਨੂੰ 1 ਸਾਲ ਦੇ ਵਿੱਚ ਨਹੀਂ ਮਿਲਿਆ ਉਹ ਤੁਹਾਨੂੰ ਹੁਣ ਵੀ ਨਹੀਂ ਮਿਲੇਗਾ, ਕਿਉਂਕਿ ਤੁਸੀਂ ਦੇਖਿਆ ਹੋਣਾ ਹੈ ਜੀ ਕਿ ਕੁਝ ਕਾਲਜਾਂ ਨੇ ਜੀ ਆਪਣੀ ਵੈਬਸਾਈਟ ਤੇ ਲਿਖਤਾ ਕਿ ਵੀ ਆਰ ਨॉन ਸਸਪੈਂਡਡ, ਲਾਈਕ ਵੀ ਆਰ ਗੈਟ ਆਊਟ ਆਫ ਦ ਸਸਪੈਂਡਡ ਲਿਸਟ, ਯਾਨੀ ਅਸੀਂ ਆਪਣੀ ਸਸਪੈਂਡਡ ਲਿਸਟ ਤੋਂ ਬਾਹਰ ਹੋ ਗਏ ਹਾਂ, ਬਟ ਆਫੀਸ਼ੀਅਲੀ ਅਨਾਉਂਸਮੈਂਟ ਹਲੇ ਹੋਈ ਨਹੀਂ ਹੈਗੀ ਹੈ। ਸੋ ਇਹ ਵੀ ਸਿਰਫ ਚਾਲ ਸਾਜ਼ਿਸ਼ ਚੱਲ ਰਹੀ ਹੈਗੀ ਹੈ ਤਾਂ ਕਿ ਉਹ ਆਪਣੀ ਜਿਹੜੀ ਬੱਚਿਆਂ ਦੀ ਐਪਲੀਕੇਸ਼ਨ ਹੈਗੀ ਹੈ ਆਪਣੇ ਕਾਲਜ ਤੋਂ ਕਿਸੇ ਹੋਰ ਥਾਂ ਨਾ ਜਾਣ ਦੇਣ। ਉਹੀ ਚਾਹੁੰਦੇ ਹੈਗੇ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ। ਉਹ ਹੱਲ ਜਿਹੜਾ ਅੱਜ ਕਰ ਰਹੇ ਆ ਇਹ ਕਰ ਰਹੇ ਕਿ ਜੀ ਮੈਂ ਤੁਹਾਨੂੰ ਕਿਸੇ ਹੋਰ ਮੌਂਟਰੀਅਲ ਦੇ ਵਿੱਚ ਐਡਮਿਸ਼ਨ ਦਵਾ ਦਿੰਦਾ। ਸੋ ਇਹ ਵੀ ਇੱਕ ਚਾਲ ਸਾਜ਼ਿਸ਼ ਹੈਗੀ ਹੈ ਜੀ ਪੈਸੇ ਕਮਾਉਣ ਦੀ। ਸੋ ਮੈਂ ਇਹੀ ਕਹੂੰਗਾ ਜੀ, ਤੁਹਾਨੂੰ ਸਲਾਹ ਦੇ ਰਿਹਾ ਕਿ ਤੁਸੀਂ ਜੈਨ 2020 ਤੋਂ ਫਸੇ ਹੋਏ ਹੋ, ਯਾਨੀ ਜਨਵਰੀ 2020 ਤੋਂ ਤੁਸੀਂ ਹਾਲੇ ਤੱਕ ਆਪਣੇ ਇਸ ਸਟ੍ਰੈਸ ਦੇ ਵਿੱਚ ਘੁੰਮਦੇ ਪਏ ਹੋ ਤੇ ਆਪਣੇ ਸਟ੍ਰੈਸ ਨੂੰ ਰਿਲੀਜ਼ ਕਰਨਾ ਚਾਹੀਦਾ ਹੈਗਾ। ਤੁਹਾਨੂੰ ਇਮੀਡੀਏਟਲੀ ਆਪਣੇ ਇੱਕ ਰਿਫੰਡ ਪੋਲਿਸੀ ਜਿਹੜੀ ਕਾਲਜ ਦੀ ਹੈਗੀ ਹੈ ਤੁਸੀਂ ਅਪਲਾਈ ਕਰੋ, ਬਿਕੋਜ਼ ਹਾਲੇ ਤੱਕ ਤੁਹਾਡਾ ਵੀਜ਼ਾ ਐਪਲੀਕੇਸ਼ਨ ਸੈਂਟਰ ਦੇ ਵਿੱਚ ਡਿਸੀਜਨ ਨਹੀਂ ਆਇਆ ਹੈਗਾ। ਬਾਇਓਮੈਟ੍ਰਿਕਸ ਤੁਹਾਡੇ ਹਾਲੇ ਤੱਕ ਜਿਹੜੇ ਹੈਗੇ ਜੀ ਹੋ ਚੁੱਕੇ ਹੈਗੇ, ਬਟ ਹਾਲੇ ਤੱਕ ਤੁਹਾਡਾ ਰਿਜ਼ਲਟ ਪੈਂਡਿੰਗ ਹੈ। ਸੋ ਸੌਰੀ ਟੂ ਸੇ, ਤੁਹਾਨੂੰ ਇਹ ਚੀਜ਼ ਜੇ ਕਿ ਤੁਹਾਡੇ ਏਜੰਟ ਨੇ ਨਹੀਂ ਸਲਾਹ ਦਿੱਤੀ ਤੇ ਮੈਂ ਸਲਾਹ ਦਊਂਗਾ ਕਿ ਸਵਿਚ ਟੂ ਦ ਅਦਰ ਕਾਲਜ, ਦੈਟ ਇਜ਼ ਗਵਰਨਮੈਂਟ ਕਾਲਜ ਆਪਸ਼ਨ ਹੈਗੀ ਹੈ, ਤੁਸੀਂ ਚੂਜ਼ ਕਰੋ। ਜਾਂ ਵਧੇਰੀ ਜਾਣਕਾਰੀ ਲਈ ਤੁਸੀਂ ਜਿਹੜਾ ਹੈਗਾ ਜੀ ਸਾਨੂੰ ਸੰਪਰਕ ਕਰੋ। ਆਲਰੇਡੀ ਅਸੀਂ ਫੇਸਬੁੱਕ ਤੇ ਨੰਬਰ ਤੁਹਾਡੇ ਨਾਲ ਸ਼ੇਅਰ ਕੀਤੇ ਹੈਗੇ ਆ। ਸੋ ਸੈਕਿੰਡ ਸਵਾਲ ਸੀਗਾ ਜੀ ਕਿ ਆਈ ਐਮ ਅਪਲਾਈਂਗ ਮਾਈ ਫਾਈਲ ਫॉर्म ਲਾਈਕ ਇਨ 18 ਸਤੰਬਰ 2020 ਨੂੰ ਮੈਂ ਆਪਣੀ ਫਾਈਲ ਅਪਲਾਈ ਕੀਤੀ ਹੈਗੀ ਹੈ ਜੀ ਕੈਨੇਡਾ ਕਾਲਜ ਦੇ ਵਿੱਚ, ਤੇ ਅਪਲਾਈ ਦੇ ਦੌਰਾਨ 2 ਮਹੀਨੇ ਹੋ ਗਏ ਜੀ ਮੇਰੀ ਆਇਲਸ ਐਕਸਪਾਇਰ ਹੋਈ ਨੂੰ, ਤੇ ਮੇਰੀ ਫਾਈਲ ਜਿਹੜੀ ਹੈਗੀ ਜੀ ਹਾਲੇ ਤੱਕ ਅੰਬੈਸੀ ਦੇ ਵਿੱਚ ਹੈਗੀ ਹੈ। ਤੇ ਕੀ ਮੇਰੀ ਆਇਲਸ ਐਕਸਪਾਇਰ ਹੋਣ ਤੋਂ ਬਾਅਦ ਕੀ ਮੈਨੂੰ ਰਿਜੈਕਸ਼ਨ ਤਾਂ ਨਹੀਂ ਮਿਲੇਗੀ? ਸੋ ਮੈਂ ਇਹ ਕਹਿਣਾ ਚਾਹੂੰਗਾ ਜੀ ਆਇਲਸ ਐਕਸਪਾਇਰ ਤੁਹਾਡੀ ਹੋ ਗਈ, ਉਹਦੇ 'ਚ ਤੁਹਾਡੀ ਕੋਈ ਗਲਤੀ ਨਹੀਂ ਹੈਗੀ ਹੈ, ਕਿਉਂਕਿ ਇਹ ਸਾਰੀ ਚੀਜ਼ ਜਿਹੜੀ ਹੈਗੀ ਇੱਕ ਕਾਲਜ ਦੀ ਗਲਤੀ ਹੈਗੀ ਹੈ। ਸੋ ਗੌਰਮੈਂਟ ਆਫ ਜਿਹੜੀ ਹੈਗੀ ਹੈ ਕੈਨੇਡਾ, ਸੌਰੀ, ਉਹ ਜਾਣਦੀ ਹੈਗੀ ਕਿ ਇਹਦੇ ਵਿੱਚ ਬੱਚੇ ਦਾ ਕੋਈ ਕਸੂਰ ਨਹੀਂ ਹੈਗਾ, ਕਿਉਂਕਿ ਇਹ ਆਪਣੀ ਕੰਟਰੀ ਦੇ ਵਿੱਚ ਆਪਣੇ ਸਾਡੇ ਕਾਲਜ ਦੇ ਬੰਦਿਆਂ ਨੇ ਹੀ ਤੁਹਾਨੂੰ ਖਰਾਬ ਕੀਤਾ ਹੈਗਾ। ਸੋ ਉਹਨਾਂ ਨੂੰ ਵੀ ਖਰਾਬ ਕੀਤਾ ਹੈਗਾ। ਸੋ ਆਇਲਸ ਐਕਸਪਾਇਰ ਹੈਗੀ ਹੈ, ਕੋਈ ਦਿੱਕਤ ਨਹੀਂ ਹੈਗੀ ਹੈ। ਯੈਸ, ਤੁਹਾਡੇ ਕੇਸ ਨੂੰ ਜਿਹੜਾ ਪ੍ਰੋਸੈਸ ਹੈਗਾ ਜੀ ਉਹ ਇੱਕ ਆਮ ਕੰਸਲਟੈਂਟ ਜਾਂ ਸਟੂਡੈਂਟ ਐਡਵਾਈਜ਼ਰ ਜਾਂ ਕਹਿ ਲਓ ਏਜੰਟ ਨਹੀਂ ਡੀਲ ਕਰ ਸਕਦਾ। ਤੁਸੀਂ IRCC ਦੀ ਹੈਲਪ ਲੈ ਸਕਦੇ ਹੋ, ਕਿਉਂਕਿ ਵੈਬ ਫਾਰਮ ਰਾਹੀਂ ਤੁਸੀਂ ਆਪਣੀ ਐਕਸਪਲੇਨੇਸ਼ਨ ਜਿਹੜੀ ਹੈਗੀ ਹੈ ਜੀ IRCC ਦੇ ਥਰੂ ਅੰਬੈਸੀ ਨੂੰ ਦੇ ਸਕਦੇ ਹੋ ਆਪਣੀ ਨਵੀਂ LOA ਦੇ ਦੌਰਾਨ, ਠੀਕ ਹੈ ਜੀ। ਸੋ ਕੋਈ ਦਿੱਕਤ ਨਹੀਂ ਆਏਗੀ, ਤੁਸੀਂ ਕਰ ਸਕਦੇ ਹੋ ਜੇ ਤੁਹਾਡੀ ਆਇਲਸ ਵੀ ਐਕਸਪਾਇਰ ਹੋ ਗਈ ਹੈ। ਓਕੇ, ਨੈਕਸਟ ਸਵਾਲ ਹੈਗਾ ਸਰ ਮੇਰਾ ਆਇਲਸ ਐਕਸਪਾਇਰ ਹੋ ਗਿਆ ਹੈਗਾ ਜੀ, ਤੇ ਮੈਂ ਕਿਵੇਂ ਕੋਈ ਹੋਰ ਪ੍ਰੋਵਿੰਸਿਸ ਦੇ ਵਿੱਚ ਅਪਲਾਈ ਕਰ ਸਕਦਾ ਹੈਗਾ? ਕਿਉਂਕਿ ਅੱਜ ਜੇ ਮੌਂਟਰੀਅਲ ਦੇ ਵਿੱਚ 5.5 ਬੈਂਡ ਦੇ ਨਾਲ ਇਹ ਆਪਸ਼ਨ ਸਾਨੂੰ ਮਿਲੀ ਸੀਗੀ, ਤੇ ਸਾਨੂੰ ਅਦਰ ਪ੍ਰੋਵਿੰਸਿਸ ਲਾਈਕ ਓਨਟਾਰੀਓ, ਬਰੈਂਪਟਨ ਜਾਂ ਸਰੀ ਹੋ ਗਿਆ ਜਾਂ ਕੈਲਗਰੀ ਹੋ ਗਿਆ, ਸੇ ਇੱਧਰਲੇ ਪਾਸੇ ਸਰ ਸਾਨੂੰ ਕਿਵੇਂ ਕੋਈ ਕਾਲਜ ਐਡਮਿਸ਼ਨ ਦੇ ਸਕਦਾ ਹੈਗਾ ਗਵਰਨਮੈਂਟ ਕਾਲਜ? ਸੋ ਮੈਂ ਇਹ ਕਹਿਣਾ ਚਾਹੂੰਗਾ
ਸਵਾਲ ਬਹੁਤ ਹੀ ਵਧੀਆ ਬੱਚੇ ਤੁਹਾਡਾ। ਸੋ ਸਾਹਿਲ, ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗਾ ਕਿ ਤੁਸੀਂ ਆਇਲਸ ਐਕਸਪਾਇਰ ਵੀ ਹੋ ਗਈ ਹੈਗੀ ਹੈ, ਤੁਹਾਡੇ 5.5 ਬੈਂਡ ਇੱਕ ਮੋਡਿਊਲ ਦੇ ਵਿੱਚ ਹੈਗੇ, ਤਾਂ ਡੈਟ ਡਜ਼ਨਟ ਮੀਨ ਕਿ ਮੌਂਟਰੀਅਲ ਹੀ ਇੱਕ ਗਤੀ ਹੈਗੀ ਹੈ, ਮੌਂਟਰੀਅਲ ਹੀ ਸਿਰਫ ਇੱਕ ਆਪਸ਼ਨ ਤੁਹਾਡੇ ਕੋਲ ਹੈਗੀ ਹੈ। ਅਸੀਂ ਤੁਹਾਨੂੰ ਓਨਟਾਰੀਓ ਦੇ ਵਿੱਚ, ਅਸੀਂ ਤੁਹਾਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਆਪਸ਼ਨ ਦੇ ਰਹੇ ਹਾਂ ਕਿ ਤੁਸੀਂ 5.5 ਬੈਂਡ ਇੱਕ ਮੋਡਿਊਲ ਦੇ ਵਿੱਚ ਬਹੁਤ ਹੀ ਬਿਹਤਰੀਨ ਗੌਰਮੈਂਟ ਕਾਲਜ ਦੇ ਵਿੱਚ ਅਪਲਾਈ ਕਰ ਸਕਦੇ ਹੋ, ਜਿੱਥੇ ਕਿ DLI ਨੰਬਰ ਤਾਂ ਹੁੰਦਾ ਹੀ ਹੈਗਾ। ਪੋਸਟ ਸਟੱਡੀ ਵਰਕ ਦੇ ਨਾਲ ਨਾਲ ਤੁਹਾਨੂੰ ਇਹ ਆਪਸ਼ਨ ਮਿਲ ਰਹੀ ਹੈ ਕਿ ਗਵਰਨਮੈਂਟ ਕਾਲਜ ਮਿਲੇਗਾ। ਸੋ ਤੁਸੀਂ ਅਪਲਾਈ ਕਰ ਸਕਦੇ ਹੋ। ਆਇਲਸ ਐਕਸਪਾਇਰ ਜਾਂ ਆਇਲਸ ਦੇ ਵਿੱਚ 5.5 ਬੈਂਡ ਹੋਣ ਕਰਕੇ ਤੁਸੀਂ ਆਪਣੀ ਇਹ ਚੀਜ਼ ਤੋਂ ਜਿਹੜੀ ਡਰ ਹੈਗਾ ਜੀ, ਇਹਨੂੰ ਕੱਢੋ, ਤੁਸੀਂ ਅਪਲਾਈ ਕਰ ਸਕਦੇ ਹੋ। ਯੂ ਆਰ ਮੋਸਟ ਵੈਲਕਮ। ਤੁਸੀਂ ਸਾਡੇ ਥਰੂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਕੰਸਲਟੈਂਟ ਦੇ ਕੋਲ ਸਾਨੂੰ ਆਪਣੀ LOA ਜਾਂ GC ਕੀ, ਜੇ ਤੁਹਾਡਾ ਕੰਸਲਟੈਂਟ ਤੁਹਾਨੂੰ GC ਕੀ ਨਹੀਂ ਦਿੰਦਾ ਤਾਂ ਡੈਫੀਨੇਟਲੀ ਜਿਹੜੀ ਹੈਗੀ ਹੈ ਪ੍ਰੋਬਲਮ ਤੁਹਾਨੂੰ ਸਫਰ ਕਰਨੀ ਪੈ ਸਕਦੀ ਹੈਗੀ ਹੈ, ਕਿਉਂਕਿ GC ਕੀ ਦੇ ਥਰੂ ਜਿਹੜੀ ਹੈਗੀ ਹੈ ਜੀ ਫਾਈਲ ਅਪਲੋਡ ਹੁੰਦੀ ਹੈਗੀ ਐਮਬੈਸੀ ਦੇ ਵਿੱਚ। ਸੋ ਇਸ ਦੌਰਾਨ ਤੁਹਾਨੂੰ ਇਹ ਚੀਜ਼ਾਂ ਦਾ ਸਾਹਮਣਾ ਜਿਹੜਾ ਹੈਗਾ ਜੀ ਕਰਨਾ ਪਏਗਾ, ਜੱਦੋ ਜਹਿਦ ਕਰਨੀ ਪਏਗੀ। ਜੇ ਤੁਸੀਂ ਇਹ ਕਰ ਲੈਣੇ ਹੈਗੇ ਹੋ ਤੇ ਡੈਫੀਨੇਟਲੀ ਅਸੀਂ IRCC ਦੇ ਥਰੂ ਤੁਹਾਡੀ ਫਾਈਲ ਨੂੰ ਪ੍ਰੋਸੀਡਿੰਗ ਕਰ ਸਕਦੇ ਹਾਂ। ਸੋ ਉਸ ਤੋਂ ਬਾਅਦ ਹੈਗਾ ਜੀ, none of the student applied to the cubic not able to the visa delay for those who have applied for the suspended DLI college। ਸੋ ਬੱਚੇ ਦਾ ਸਵਾਲ ਹੈਗਾ ਜੀ ਮਨੀਸ਼ਾ ਦਾ ਕਿ ਸਰ ਜਿਹੜੇ ਕਾਲਜ ਸਸਪੈਂਡ ਕਰ ਦਿੱਤੇ ਗਏ ਹਨ ਤੇ ਕੀ ਅਸੀਂ ਉਹਨਾਂ ਦੇ ਵਿੱਚ ਜੇ ਅਪਲਾਈ ਕੀਤਾ ਸੀਗਾ ਤੇ ਕੀ ਅਸੀਂ ਉਹ ਕਾਲਜਾਂ ਤੋਂ ਆਪਣੀ ਫੀਸ ਨੂੰ ਰਿਫੰਡ ਮੰਗਵਾ ਸਕਦੇ ਹਾਂ ਤੇ ਕੀ ਅਸੀਂ ਉਸ ਕਾਲਜ ਤੋਂ ਕਿਸੇ ਹੋਰ ਕਾਲਜ ਦੇ ਵਿੱਚ ਅਪਲਾਈ ਕਰ ਸਕਦੇ ਹੋ? ਯੈਸ, ਤੁਸੀਂ ਮਨੀਸ਼ਾ ਆਰਾਮ ਨਾਲ ਕਰ ਸਕਦੇ ਹੋ, ਬਟ ਸਭ ਤੋਂ ਪਹਿਲਾਂ ਜੋ ਤੁਹਾਨੂੰ ਇੱਕ ਜਿਹੜਾ ਹੈਗਾ ਡਿਸੀਜਨ ਲੈਣਾ ਪਏਗਾ ਕਿ ਤੁਸੀਂ ਜਿਹੜੇ ਕਾਲਜ ਸਸਪੈਂਡ ਹੋ ਗਏ ਹੈ ਉਹ ਕਾਲਜਸ ਨੂੰ ਤੁਸੀਂ ਮੇਲ ਕਰਕੇ ਆਪਣੀ ਫੀਸ ਕਨਫਰਮੇਸ਼ਨ ਅਪਰੂਵਲ ਲਓ, ਯਾਨੀ ਕਿ ਤੁਹਾਡੀ ਫੀਸ ਉਹ ਰਿਫੰਡ ਕਰਨ ਨੂੰ ਤਿਆਰ ਹੈਗੇ ਹੈ। ਜੇ ਤੁਸੀਂ ਇਹ ਚੀਜ਼ ਕਰ ਲੈਂਦੇ ਹੋ ਤਾਂ ਤੁਸੀਂ ਮੋਸਟ ਵੈਲਕਮ ਹੈਗੇ ਹੋ ਕਿ ਤੁਸੀਂ SS ਇਮੀਗ੍ਰੇਸ਼ਨ ਤੋਂ ਆਪਣੇ ਜਿਹੜੇ ਹੈਗੇ ਜੀ ਐਡਮਿਸ਼ਨ ਇੱਕ ਗਵਰਨਮੈਂਟ ਕਾਲਜ ਦੇ ਵਿੱਚ ਲਓ, ਜਿਹਦੇ ਵਿੱਚ ਅਸੀਂ ਤੁਹਾਨੂੰ LOA ਪ੍ਰੋਵਾਈਡ ਕਰਾਂਗੇ ਤੇ ਉਹਦੇ ਵਿੱਚ ਤੁਹਾਨੂੰ ਇਹ ਬੈਸਟ ਆਪਸ਼ਨ ਦੇ ਰਹੇ ਹੈਗੇ ਕਿ ਤੁਸੀਂ ਆਪਣੀ ਬਜਾਏ 1 ਸਾਲ ਦੀ ਫੀਸ ਜਿਹੜੀ ਤੁਸੀਂ ਮੌਂਟਰੀਅਲ 'ਚ ਫਸਾਈ ਹੈ, ਤੁਸੀਂ 6 ਮੰਥ ਦੀ ਫੀਸ ਦੇ ਕੇ ਆਪਣਾ ਅਪਲਾਈ ਕਰ ਸਕਦੇ ਹੋ ਕੈਨੇਡਾ ਦੇ ਵਿੱਚ, ਜੋ ਕਿ ਗਵਰਨਮੈਂਟ ਕਾਲਜ ਦੇ ਵਿੱਚ। ਬਟ ਮੇਕ ਸ਼ੋਰ ਕਿ ਜੇ ਤੁਹਾਡੇ 5.5 ਬੈਂਡ ਇੱਕ ਦੇ ਵਿੱਚ ਹੈ ਤਾਂ ਅਸੀਂ ਤੁਹਾਡੀ ਫਾਈਲ ਨੂੰ ਪ੍ਰੋਸੀਡ ਕਰਾਂਗੇ। ਜੇ 2 'ਚ 5.5 ਹੈਗੇ ਹੈ ਤੇ ਸੌਰੀ ਟੂ ਸੇ ਫਿਰ ਤੁਸੀਂ ਮੌਂਟਰੀਅਲ ਹੀ ਆਪਣੀ ਫਾਈਲ ਨੂੰ ਜਿਹੜਾ ਹੈਗਾ ਜੀ ਲੱਗੇ ਰਹਿਣ ਦਿਓ, ਠੀਕ ਹੈ। ਸੋ ਨੈਕਸਟ ਸਵਾਲ ਹੈਗਾ ਜੀ, ਦੋ ਸਟੂਡੈਂਟ ਹੂ ਹੈਜ਼ ਅਪਲਾਈਡ ਇਨ ਐਮਬੈਸੀ ਐਂਡ ਆਇਲਸ ਆਰ ਗੈਟਿੰਗ ਐਕਸਪਾਇਰਡ, ਸੋ ਵਟ ਦੇ ਸ਼ੁੱਡ ਡੂ। ਸੋ ਜਿਹੜੇ ਬੱਚਿਆਂ ਨੇ ਆਲਰੇਡੀ ਐਮਬੈਸੀ 'ਚ ਫਾਈਲ ਪਈ ਹੈਗੀ ਹੈ ਔਰ ਹਾਲੇ ਤੱਕ ਰਿਜ਼ਲਟ ਨਹੀਂ ਆਇਆ ਔਰ ਆਇਲਸ ਐਕਸਪਾਇਰ ਹੋਣ ਜਾ ਰਹੀ ਹੈਗੀ ਹੈ, ਸੋ ਬੱਚਿਆਂ ਨੂੰ ਮੈਂ ਕਹਿਣਾ ਚਾਹੂੰਗਾ ਜੀ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ, ਇਹਦੇ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਹੈਗੀ ਹੈ। ਸੋ ਗੌਰਮੈਂਟ ਬਹੁਤ ਚੰਗੀ ਹੈਗੀ ਹੈ ਜੀ, ਉਹ ਜਾਣਦੀ ਹੈ ਤੇ ਇਹਦੇ 'ਚ ਬੱਚੇ ਦਾ ਕੋਈ ਕਸੂਰ ਨਹੀਂ ਹੈ, ਕਿਉਂਕਿ ਓਵਰਆਲ ਪੂਰੇ ਵਰਲਡ ਦੇ ਵਿੱਚ ਕੋਵਿਡ ਦਾ, ਇਹ ਕਰੋਨਾ ਦਾ ਮਹਾਮਾਰੀ ਦਾ ਜਿਹੜਾ ਹੈਗਾ ਜੀ ਦੌਰ ਚੱਲਿਆ ਹੋਇਆ ਹੈਗਾ। ਸੋ ਇਹ ਨਹੀਂ ਹੈ ਕਿ ਸਿਰਫ ਇੰਡੀਆ ਦੇ ਵਿੱਚ ਹੀ ਚੱਲ ਰਿਹਾ ਜੀ, ਕੈਨੇਡਾ ਦੇ ਵਿੱਚ ਵੀ ਇਹ ਸਮੱਸਿਆ ਚੱਲ ਰਹੀ ਹੈ ਜੀ। ਲੋਕਡਾਊਨ ਅੱਗੇ ਵਧਾ ਰਹੇ ਹੈਗੀ ਹੈ ਕੰਟਰੀ, ਫਲਾਈਟਸ ਵੀ ਸਸਪੈਂਡਡ ਕੀਤੀ ਹੈ ਤੁਹਾਡੇ ਸਾਹਮਣੇ। ਸੋ ਆਇਲਸ ਐਕਸਪਾਇਰ ਹੋਣ ਦੇ ਕਾਰਨ ਜੇ ਤੁਸੀਂ ਇਹ ਸੋਚ ਰਹੇ ਹੈਗੇ ਹੋ ਕਿ ਤੁਹਾਡੀ ਫਾਈਲ ਕਿਸੇ ਹੋਰ ਕਾਲਜ ਦੇ ਵਿੱਚ ਮੌਂਟਰੀਅਲ ਤੋਂ ਹਟ ਕੇ ਨਹੀਂ ਲੱਗ ਸਕਦੀ ਤੇ ਡੈਫੀਨੇਟਲੀ ਲੱਗ ਸਕਦੀ ਹੈ, ਕਿਉਂਕਿ ਬੱਚੇ ਦਾ ਕਹਿਣਾ ਹੈ ਜੀ ਕਿ ਸਰ ਕੌਣ ਕਾਲਜ ਜਿਹੜਾ ਹੈਗਾ ਜੀ ਐਕਸੈਪਟ ਕਰੇਗਾ ਐਕਸਪਾਇਰ ਆਇਲਸ ਨੂੰ। ਸੋ ਬ੍ਰਦਰ, ਜੇ ਤੁਹਾਡੀ ਫਾਈਲ ਨੂੰ ਲੱਗੇ ਨੂੰ 1 ਸਾਲ ਤੋਂ ਉੱਪਰ ਜਾਂ 1.5 ਸਾਲ ਤੋਂ ਉੱਪਰ ਹੋ ਗਿਆ ਹੈ, ਉਹਦੇ ਵਿੱਚ ਤੁਹਾਡਾ ਕਸੂਰ ਖੋੜਨਾ ਹੈਗਾ। ਸੋ ਇਨੀਸ਼ੀਏਟਿਵ ਲਓ, ਆਪਣੀ ਫਾਈਲ ਨੂੰ ਜਿਸ ਕਾਲਜ ਦੇ ਵਿੱਚ ਸਸਪੈਂਡਡ ਕਾਲਜ ਤੁਸੀਂ ਅਪਲਾਈ ਕੀਤਾ ਹੈ ਜੀ, 2 ਚੀਜ਼ਾਂ ਧਿਆਨ ਦੇ ਵਿੱਚ ਜਿਹੜੀ ਜ਼ਰੂਰੀ ਹੈਗੀ ਕਿ ਇੱਕ LOA ਸਾਡੇ ਨਾਲ LOA ਸ਼ੇਅਰ ਕਰੋ ਤੇ ਸੈਕਿੰਡ ਸਾਡੇ ਨਾਲ ਜਿਹੜਾ ਹੈਗਾ ਜੀ ਆਪਣਾ GC ਕੀ ਨੂੰ ਸ਼ੇਅਰ ਕਰੋ। ਸੋ ਜਿਹੜਾ ਤਾਂ ਸ਼ੇਅਰ ਕਰੇਗਾ ਡੈਫੀਨੇਟਲੀ ਜੀ ਉਹਨਾਂ ਦੀ ਜਿਹੜੀ ਪੂਰੀ ਸਪੋਰਟ ਹੈਲਪ ਕਰਾਂਗੇ ਜੀ। ਸੋ ਤੀਸਰਾ ਸਵਾਲ ਹੈਗਾ ਜੀ ਕਿ ਜਿਹੜੇ ਬੱਚਿਆਂ ਨੇ ਜੀ ਪੂਰੇ 1 ਸਾਲ ਦੀ ਟਿਊਸ਼ਨ ਫੀਸ ਦਿੱਤੀ ਹੈ ਤੇ ਜੀ ਸਾਨੂੰ ਅੱਜ 6 ਮਹੀਨੇ ਹੋ ਗਏ ਆਨਲਾਈਨ ਪੜ੍ਹਦੇ ਨੂੰ, ਤੇ ਕੀ ਸਾਨੂੰ ਜਿਹੜਾ ਹੈਗਾ ਜੀ ਕਾਲਜ ਆਪਣਾ ਜਿਹੜਾ ਹੈਗਾ ਰਿਫੰਡ ਦੇਗਾ? ਸੋ ਮੈਂ ਜੀ ਕਹਿਣਾ ਚਾਹੂੰਗਾ ਜੀ ਕਿ ਕਾਲਜ ਦੀ ਪੋਲਿਸੀਜ਼ ਹੈਗੀਆਂ, ਜੇ ਤੁਸੀਂ ਕਾਲਜ ਆਫਰ ਲੈਟਰ ਲੈਣ ਤੋਂ ਬਾਅਦ ਆਪਣੇ ਏਜੰਟਸ ਤੋਂ ਇਹ ਗੱਲਾਂ ਸ਼ੇਅਰ ਕੀਤੀਆਂ ਹੋਊਗੀਆਂ ਤੇ ਤੁਹਾਨੂੰ ਉਹ ਡੈਫੀਨੇਟਲੀ ਉਹਨੇ ਦੱਸੀਆਂ ਹੋਣਗੀਆਂ ਕਿ ਸਾਲ ਦੀ ਫੀਸ ਪੇ ਕਰਨ ਤੋਂ ਬਾਅਦ ਜੇ ਤੁਸੀਂ 3 ਮਹੀਨੇ ਤੋਂ ਉੱਪਰ ਜਾ ਚੁੱਕੇ ਹੈਗੇ ਹੋ ਆਪਣੀ ਆਨਲਾਈਨ ਕਲਾਸਾਂ ਦੇ ਵਿੱਚ ਤੇ ਤੁਹਾਡੀ 6 ਮੰਥ ਦੀ ਫੀਸ ਰਿਫੰਡ ਹੋ ਜਾਏਗੀ, 6 ਮੰਥ ਦੀ ਫੀਸ ਨਹੀਂ ਰਿਫੰਡ ਹੋਏਗੀ। ਜੇ ਤੁਸੀਂ ਆਪਣੀ ਮੋਰ ਦੈਨ 6 ਮੰਥ ਦੀ ਕਲਾਸਿਸ ਲਾ ਚੁੱਕੇ ਹੋ
तो डेफिनेटली ਤੁਹਾਨੂੰ ਪੂਰੇ 1 ਸਾਲ ਦੀ ਫੀਸ ਰਿਫੰਡ ਨਹੀਂ ਹੋਵੇਗੀ। ਸੋ ਇਹ ਚੀਜ਼ ਜੋ ਉਹਨਾਂ ਦੀ ਪੋਲਿਸੀਜ਼ ਹੈਗੀ ਹੈ, ਅਸੀਂ ਕਾਲਜ ਦੀ ਪੋਲਿਸੀਜ਼ ਨੂੰ ਜਿਹੜਾ ਹੈਗਾ ਜੀ ਉਲੰਘਣਾ ਨਹੀਂ ਕਰ ਸਕਦੇ, ਬਟ ਯੈਸ ਅਸੀਂ ਇੱਕ ਰਿਕੁਐਸਟ ਕਰ ਸਕਦੇ ਹਾਂ। ਤੁਸੀਂ ਆਪਣੀ ਇੱਕ ਰਿਕੁਐਸਟ ਮੇਲ ਪਾਓ, ਜੇ ਤੁਹਾਨੂੰ ਉਸ ਮੇਲ ਦਾ ਜਵਾਬ ਨਹੀਂ ਆ ਰਿਹਾ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਅਸੀਂ IRCC ਲਾਇਰਸ ਦੀ ਹੈਲਪ ਲੈ ਕੇ ਅਸੀਂ ਜਿਹੜਾ ਹੈਗਾ ਜੀ ਇਸ ਚੀਜ਼ ਉੱਤੇ ਤੁਹਾਡੀ ਹੈਲਪ ਕਰ ਸਕਦੇ ਹਾਂ। ਸੋ ਨੈਕਸਟ ਸਵਾਲ ਸੀਗਾ ਜੀ ਬੱਚੇ ਦਾ ਕਿ ਸਰ ਅਸੀਂ 1 ਸਾਲ ਦੀ ਫੀਸ ਪੇ ਕਰ ਚੁੱਕੇ ਹਾਂ ਜੀ ਤੇ ਮੈਨੂੰ ਅਗਲੇ ਸਾਲ ਦੀ ਫੀਸ ਦੀ ਡਿਮਾਂਡ ਕੀਤੀ ਜਾ ਰਹੀ ਹੈਗੀ ਹੈ, ਤੇ ਕੀ ਮੈਨੂੰ ਆਪਣਾ ਐਕਸਟੈਂਸ਼ਨ ਲੈਣੀ ਚਾਹੀਦੀ ਹੈਗੀ ਹੈ ਜਾਂ ਮੈਨੂੰ ਆਪਣੀ ਵਿਡਰਾਅ ਕਰਨੀ ਚਾਹੀਦੀ ਹੈ। ਸੋ ਸਟੂਡੈਂਟ ਨੂੰ ਮੈਂ ਇਹ ਕਹਿਣਾ ਚਾਹੂੰਗਾ ਜੀ ਕਿ ਜੇ ਤੁਹਾਨੂੰ 1 ਸਾਲ ਹੋ ਗਿਆ ਹੋਏਗਾ ਜੀ ਕੈਨੇਡਾ ਕਾਲਜ ਦੇ ਵਿੱਚ ਜਾਂ CDI ਕਾਲਜ ਦੇ ਵਿੱਚ ਜਾਂ ਕੋਈ ਵੀ ਮੌਂਟਰੀਅਲ ਦਾ ANZ ਕਾਲਜ ਕੋਈ ਵੀ ਹੋਵੇ ABC ਕਾਲਜ, ਸੋ ਯੈਸ ਤੁਸੀਂ ਜੇ ਸਾਲ ਤੋਂ ਉੱਪਰ ਹੋ ਗਿਆ ਤੇ ਮੈਂ ਨਹੀਂ ਕਹੂੰਗਾ ਕਿ ਜੀ ਤੁਹਾਨੂੰ ਆਪਣੀ ਵਿਡਰਾਅ ਨਹੀਂ ਕਰਨੀ ਚਾਹੀਦੀ, ਤੁਸੀਂ ਕਰੋ। ਬਿਕੋਜ਼ ਜੇ ਤੁਸੀਂ ਦੇਖਿਆ ਹੋਵੇਗਾ ਬੱਚਿਆਂ ਨੇ 1.5 ਸਾਲ ਹੋ ਗਿਆ ਆਪਣੀ ਕਲਾਸਾਂ ਲਾਉਂਦੇ ਨੂੰ, ਜਿਹੜੇ ਕਿ ਜਨਵਰੀ 2020 ਤੋਂ ਇਹਦੇ ਪਿੱਛੇ ਮਾਰਚ ਤੋਂ ਪਏ ਹੋਏ ਆ ਜੀ ਆਪਣੇ ਆਨਲਾਈਨ ਕਲਾਸਾਂ 'ਚ। ਸੋ ਕਿੱਥੋਂ ਤੁਸੀਂ ਇੰਨਾ ਪੈਸਾ ਇੱਥੇ ਬੈਠੇ ਬੈਠੇ ਦਿਓਗੇ, ਕਿਉਂਕਿ ਕੋਈ ਅਰਨਿੰਗ ਨਹੀਂ ਤੁਹਾਡੇ ਕੋਲ ਹੈਗੀ ਹੈ। ਜਦ ਕੈਨੇਡਾ ਬੈਠੇ ਤੁਸੀਂ ਹੁੰਦੇ ਤੇ ਪਾਰਟ ਟਾਈਮ ਜੌਬ ਕਰਕੇ ਬੱਚਾ ਆਪਣੀ ਫੀਸਾਂ ਕੱਢ ਲੈਂਦਾ, ਬਟ ਇੰਡੀਆ 'ਚ ਬੈਠੇ ਜੇ ਤੁਸੀਂ ਆਨਲਾਈਨ ਕਲਾਸਾਂ 1 ਸਾਲ ਦੀ ਲੈ ਲਈ ਹੈਗੀ ਹੈ ਤੇ ਮੈਂ ਤੁਹਾਨੂੰ ਇਹ ਸੁਜੈਸ਼ਨ ਦਊਂਗਾ ਕਿ ਤੁਹਾਨੂੰ ਕੋਈ ਲੋੜ ਨਹੀਂ ਹੈ, ਤੁਸੀਂ ਆਪਣਾ ਰਿਫੰਡ ਕਰੋ, ਆਪਣੀ ਰਿਫੰਡ ਕਰਵਾਓ ਤੇ ਜਿਹੜਾ ਸਾਲ ਦਾ ਤੁਸੀਂ ਡਿਪਲੋਮਾ ਕੀਤਾ ਹੈ ਯੈਸ ਤੁਸੀਂ ਦੂਜੇ ਕਾਲਜ ਦੇ ਵਿੱਚ ਉਸ ਚੀਜ਼ ਨੂੰ ਸਵਿਚ ਕਰੋ ਐਡਵਾਂਸ ਡਿਪਲੋਮਾ ਲਈ, ਤਾਂ ਕਿ ਤੁਸੀਂ ਆਪਣੀ ਜਿਹੜੀ ਹੈਗੀ ਹੈ ਅਗਲੇ ਸਾਲ ਦੀ ਫੀਸ ਵੀ ਆਨਲਾਈਨ ਕਲਾਸਾਂ ਦੇ ਵਿੱਚ ਨਾ ਵੇਸਟ ਕਰੋ। ਕਿਉਂਕਿ ਸਸਪੈਂਡਡ ਕਾਲਜ ਦੇ ਵਿੱਚ ਪਤਾ ਨਹੀਂ ਕਿ ਉਹਨਾਂ ਨੂੰ ਦੁਬਾਰਾ DLI ਨੰਬਰ ਇਸ਼ੂ ਹੋਏਗਾ ਕਿ ਨਹੀਂ, ਕਿਉਂਕਿ ਜਿਸ ਕਾਲਜ ਨੂੰ ਮੌਂਟਰੀਅਲ ਦੇ ਵਿੱਚ DLI ਨੰਬਰ ਨਹੀਂ ਇਸ਼ੂ ਹੋਏਗਾ ਉਹ ਡੈਫੀਨੇਟਲੀ ਉਹ ਸਟੂਡੈਂਟਸ ਇੰਟਰਨੈਸ਼ਨਲ ਨੂੰ ਨਹੀਂ ਬੁਲਾ ਸਕਦਾ ਆਪਣੀ ਕੰਟਰੀ ਦੇ ਵਿੱਚ ਆਪਣੇ ਕਾਲਜ ਦੇ ਵਿੱਚ ਪੜ੍ਹਾਈ ਵਾਸਤੇ। ਸੋ ਉਸ ਤੋਂ ਬਾਅਦ ਸਵਾਲ ਸੀਗਾ ਜੀ ਕਿ 2 ਸਟੂਡੈਂਟਸ ਜਿਨ੍ਹਾਂ ਨੂੰ AIP ਅਪਰੂਵਲ ਇਨ ਕਿਊਬਿਕ ਮਿਲੀ ਹੈ ਫॉर ਫਰਦਰ ਪ੍ਰੋਸੈਸ ਹਾਊ ਲੌਂਗ ਦੇ ਵਿਲ ਟੇਕ ਫॉर। ਸੋ ਜਿਹੜੇ ਬੱਚਿਆਂ ਦੀ AIP ਅਪਰੂਵਲਸ ਆਈਆਂ ਹੈਗੀਆਂ ਕਿਊਬਿਕ ਦੇ ਵਿੱਚ ਤੇ ਉਸ ਪ੍ਰੋਸੈਸ ਨੂੰ ਹੋਰ ਕਿੰਨਾ ਟਾਈਮ ਲੱਗੇਗਾ ਜੀ ਵੀਜ਼ਾ ਦੇ ਵਿੱਚ। ਸੋ ਮੈਂ ਸਟੂਡੈਂਟ ਨੂੰ ਇਹ ਕਹਿਣਾ ਚਾਹੂੰਗਾ ਨਿਤਿਸ਼ ਕਿ ਬ੍ਰਦਰ ਗੌਰਮੈਂਟ ਦੀ ਪੋਲਿਸੀਜ਼ ਦੇ ਖਿਲਾਫ ਅਸੀਂ ਜਾ ਨਹੀਂ ਸਕਦੇ, ਨਾ ਮੈਂ ਤੁਹਾਨੂੰ ਕੋਈ ਝੂਠ ਬੋਲਣਾ ਚਾਹੂੰਗਾ। AIP ਅਪਰੂਵਲ ਤੁਹਾਡੀ ਆ ਚੁੱਕੀ ਹੈ, ਦੈਟ ਮੀਨਸ ਇਨ ਪ੍ਰਿੰਸੀਪਲ ਅਪਰੂਵਲ ਜੇ ਆ ਗਈ ਹੈਗੀ ਹੈ। ਤੋ ਜਦ ਤੱਕ ਕਾਲਜ ਜਿਹੜੇ ਇੰਸਪੈਕਸ਼ਨ ਦੇ ਅੰਡਰ ਹੈਗੇ, ਜਦ ਤੱਕ ਮੈਨੇਜਮੈਂਟ ਅਪਰੂਵਲ ਨਹੀਂ ਦਿੰਦੀ, ਜਦ ਤੱਕ ਗੌਰਮੈਂਟ ਜਿਹੜੀ ਹੈਗੀ ਹੈ ਫਾਈਨਾਂਸ ਡਿਪਾਰਟਮੈਂਟ ਦੀ ਉਹਨਾਂ ਨੂੰ ਅਪਰੂਵਲ ਨਹੀਂ ਦਿੰਦੀ ਕਿ ਜੋ ਉਹਨਾਂ ਨੇ ਹੇਰਾ ਫੇਰੀਆਂ ਕੀਤੀ ਹੈ ਕਾਲਜ ਨੇ ਜਾਂ ਜੋ ਉਹਨਾਂ ਨੇ ਚਲਾਕੀਆਂ ਕੀਤੀ ਹੈਗੀ ਹੈ, ਜਦ ਤੱਕ ਉਹ ਉਸ ਚੀਜ਼ ਦਾ ਪ੍ਰੂਫ ਨਹੀਂ ਦੇਣਗੇ ਕਿ ਉਹਨਾਂ ਨੇ ਜਿਹੜੇ ਆ ਕਹਿੰਦੇ ਨਾ ਜੀ ਆਪਣੇ ਫਰਾਡ ਕੀਤਾ, ਜੋ ਕੁਛ ਉਹਨਾਂ ਨੇ ਫੇਕ ਰਿਸਿਪਟ ਜਿਹੜੀਆਂ ਦੇ ਕੇ ਏਜੰਟਾਂ ਨੂੰ ਆਪਣੇ ਵੀਜ਼ੇ ਅਪਲਾਈ ਕਰਵਾਤੇ। ਸੋ ਜਦ ਤੱਕ ਉਹ ਹਿਸਾਬ ਕਿਤਾਬ ਪੂਰਾ ਨਹੀਂ ਦੇਣਗੇ ਤਦ ਤੱਕ ਡੈਫੀਨੇਟਲੀ ਜਿਹੜਾ ਹੈਗਾ ਜੀ ਉਹਨਾਂ ਨੂੰ ਅਪਰੂਵਲ ਨਹੀਂ ਮਿਲੇਗੀ। ਸੋ ਬੈਟਰ ਹੈਗਾ ਕਿ ਹਾਲੇ ਤੁਹਾਡੀ AIP ਅਪਰੂਵਲ ਆਈ ਹੈਗੀ ਹੈ, ਸੋ ਯੂ ਸ਼ੁੱਡ ਗੋ ਫॉर ਵਿਦਡਰਾਅ ਫॉर ਯੋਰ ਐਪਲੀਕੇਸ਼ਨ ਐਂਡ ਪ੍ਰੋਸੀਡ ਟੂ ਐਨੀ ਅਦਰ ਕਾਲਜ। ਬਿਕੋਜ਼ ਜੇ ਤੁਸੀਂ ਆਨਲਾਈਨ ਕਲਾਸਾਂ ਲੈ ਲਈਆਂ ਤੇ ਡੈਫੀਨੇਟਲੀ ਫਿਰ ਤੁਹਾਡੀ ਫੀਸ ਰਿਫੰਡ ਪਾਲਿਸੀ ਦੇ ਅੰਡਰ ਇਹੀ ਕਹਿੰਦੀ ਹੈ ਜੋ ਮੈਂ ਪਹਿਲੇ ਤੁਹਾਨੂੰ ਸਵਾਲ ਦੇ ਵਿੱਚ ਦੱਸਿਆ ਹੈਗਾ ਆਨਸਰ। ਸੋ ਉਸ ਤੋਂ ਬਾਅਦ ਦੋ ਸਟੂਡੈਂਟ ਹੂ ਹੈਵ ਪੇਡ ਫੁੱਲ ਟਿਊਸ਼ਨ ਫੀਸ 1 year ਨਾਓ ਦੇ ਆਰ ਗੋਇੰਗ ਟੂ ਸਟੱਡੀ ਇਨ ਇੰਡੀਆ ਆਨਲਾਈਨ when they will complete their 1 year study after college will demanding another fees if student want to pay or not। ਸੋ ਕਹਿਣ ਦਾ ਭਾਵ ਹੈ ਕਿ ਜੇ ਤੁਸੀਂ 1 ਸਾਲ ਦੀ ਫੀਸ ਆਪਣੀ ਦੇ ਦਿੱਤੀ ਤੇ ਤੁਹਾਨੂੰ 1 ਸਾਲ ਤੋਂ ਉੱਪਰ ਹੋ ਚੱਲੇ 1 ਸਾਲ ਹੋਣ ਵਾਲਾ ਹੈਗਾ ਤੇ ਕਾਲਜ ਤੁਹਾਡੇ ਕੋਲ ਅਗਲੇ ਸਾਲ ਦੀ ਫੀਸ ਡਿਮਾਂਡ ਕਰ ਰਿਹਾ ਹੈ ਤੇ ਪਲੀਜ਼ ਤੁਸੀਂ ਆਪਣੀ ਅਗਲੇ ਸਾਲ ਦੀ ਫੀਸ ਨਾ ਪੇ ਕਰੋ। ਕਿਉਂਕਿ ਜੇ ਤੁਸੀਂ 1 ਸਾਲ 365 ਦਿਨ ਇੰਡੀਆ 'ਚ ਬਹਿ ਕੇ ਜੀ ਆਪਣੇ ਪੈਸੇ ਤੇ ਆਪਣੀ ਪੜ੍ਹਾਈ ਕਰ ਲਈ ਤੇ ਕੀ ਕਮਾਈ ਕੀਤੀ। ਸੋ ਮਾਪਿਓ ਦੇ ਉੱਤੇ ਹੋਰ ਬੋਝ ਨਾ ਪਾਓ, ਮਾਪਿਓ ਦੀ ਹੋਰ ਟੈਨਸ਼ਨ ਨਾ ਦਿਓ, ਕਿਉਂਕਿ ਅਗਲੇ ਸਾਲ ਦੀ ਫੀਸ ਵੀ ਜੇ ਮਾਪਿਓ ਨੇ ਦੇ ਦਿੱਤੀ ਤੇ ਕਿੱਥੋਂ ਉਹ ਪੈਸਾ ਵਾਪਸ ਕਰਨਗੇ। ਕੀ ਤੁਹਾਨੂੰ ਸ਼ੋਰ ਹੈਗਾ ਕਿ ਅਗਲੇ ਸਾਲ ਦੀ ਫੀਸ ਦੇ ਕੇ ਵੀ ਤੁਹਾਡਾ ਵੀਜ਼ਾ ਆਉਣਾ ਹੈ ਜਾਂ ਕੀ ਤੁਹਾਨੂੰ ਉੱਥੇ ਜਾਣ ਵਾਸਤੇ ਕੈਨੇਡਾ ਨੇ ਸੱਦਾ ਦੇਣਾ ਹੈ। ਸੋ ਇਹ ਸਾਰੀਆਂ ਗੱਲਾਂ ਤੁਹਾਨੂੰ ਜਾਣਨੀਆਂ ਬਹੁਤ ਜ਼ਰੂਰੀ ਹੈਗੀ ਹੈ। ਸੋ ਇੱਕ ਸੁਚੱਜੀ ਸਲਾਹ ਦੇਣ ਵਾਸਤੇ ਤੁਸੀਂ ਇੱਕ ਚੰਗੇ ਕੰਸਲਟੈਂਟ ਨੂੰ ਮਿਲੋ ਜੋ ਤੁਹਾਨੂੰ ਇੱਕ ਚੰਗੀ ਸਲਾਹ ਦੇਵੇ। ਸੋ ਉਸ ਤੋਂ ਬਾਅਦ ਕੁਝ ਸਵਾਲ ਜਿਹੜੇ ਹੁਣ ਮੈਂ ਲਿਖੇ ਹੋਏ ਸੀਗੇ ਜੀ ਬੱਚਿਆਂ ਦੇ ਸੀਗੇ। ਸੋ ਪਹਿਲਾ ਸਵਾਲ ਸੀਗਾ ਜੀ ਬੱਚੇ ਦਾ ਕਿ ਸਰ ਜਿਹੜੇ ਮੌਂਟਰੀਅਲ ਦੇ ਵਿੱਚ ਕਾਲਜ 10 ਸਸਪੈਂਡ ਹੋਏ ਹੈ
ਤੇ ਹੋਰ ਜਿਹੜੇ ਮੌਂਟਰੀਅਲ ਦੇ ਵਿੱਚ ਕਾਲਜ ਹੈਗੇ ਆ ਕੀ ਸਾਨੂੰ ਉਹਨਾਂ ਦੇ ਵਿੱਚ ਅਪਲਾਈ ਕਰਨਾ ਚਾਹੀਦਾ ਹੈ। ਸੋ ਜੀ ਉਹ ਸਟੂਡੈਂਟ ਨੂੰ ਮੈਂ ਕਹਿਣਾ ਚਾਹੂੰਗਾ ਕਿ ਤੁਸੀਂ ਅਗਰ 5.5 ਬੈਂਡ ਦੇ ਨਾਲ ਇੱਕ ਮੋਡਿਊਲ ਦੇ ਨਾਲ ਤੁਸੀਂ ਸੋਚ ਰਹੇ ਹੋ ਕਿ ਜੀ ਮੈਂ ਕਿਤੇ ਹੋਰ ਪ੍ਰੋਵਿੰਸਿਸ ਦੇ ਵਿੱਚ ਜਾ ਹੀ ਨਹੀਂ ਸਕਦਾ, ਤੇ ਪਹਿਲਾਂ ਜੀ ਤੁਸੀਂ ਗਲਤ ਹੈਗੇ ਹੋ। ਯੈਸ ਤੁਸੀਂ ਜਾ ਸਕਦੇ ਹੋ, ਸਾਡੇ ਕੋਲ ਕਾਲਜਿਸ ਗਵਰਨਮੈਂਟ ਕਾਲਜਿਸ ਹੈਗੇ ਆ ਜਿਨ੍ਹਾਂ ਦੇ ਵਿੱਚ ਇੱਕ ਮੋਡਿਊਲ 5.5 ਨਾਲ ਬੈਂਡ ਨਾਲ ਤੁਸੀਂ ਆਪਣਾ ਵੀਜ਼ਾ ਲੈ ਸਕਦੇ ਹੋ। ਜੇ ਤੁਸੀਂ ਮੇਰੇ ਫੇਸਬੁੱਕ ਤੇ ਤੁਸੀਂ ਜੁੜੇ ਹੋ, ਤੁਸੀਂ ਦੇਖ ਸਕਦੇ ਹੋ ਕਿ 5.5 ਬੈਂਡ ਉੱਤੇ ਅਸੀਂ ਓਨਟਾਰੀਓ ਤੇ ਬਰੈਂਪਟਨ ਦੇ ਵਿੱਚ ਜੀ ਅਸੀਂ ਬੱਚੇ ਭੇਜੇ ਹੈਗੇ ਆ ਜਿਹੜੇ ਕਿ ਬਹੁਤ ਵਧੀਆ ਕਾਲਜ ਲਾਈਕ ਸੈਂਟ ਕਲੇਅਰ ਹੋ ਗਿਆ, ਠੀਕ ਹੈ ਜੀ, ਆਪਣਾ ਨਾਰਦਰਨ ਲਾਈਟ ਕਾਲਜ ਹੋ ਗਿਆ ਜਾਂ ਲੋਇਲਿਸਟਿਕ ਕਾਲਜ ਹੋ ਗਿਆ। ਬਹੁਤ ਇਹੋ ਜਿਹੇ ਕਾਲਜ ਹੈ ਜਿਨ੍ਹਾਂ ਦੇ ਵਿੱਚ ਅਸੀਂ ਪੀਟੀ ਦੇ ਨਾਲ ਵੀ ਈਵਨ ਵੀਜ਼ਾ ਲਿੱਤਾ ਹੈਗਾ, ਮੈਂ ਆਲਰੇਡੀ ਤੁਹਾਨੂੰ ਸ਼ੋਅ ਕੀਤਾ ਹੈਗਾ। ਸੋ ਮੌਂਟਰੀਅਲ ਤੋਂ ਤੁਸੀਂ 5.5 ਬੈਂਡ ਦੇ ਨਾਲ ਯੈਸ ਤੁਸੀਂ ਆਪਣੇ ਕਾਲਜ ਨੂੰ ਸਵਿਚ ਕਰੋ, ਤੁਸੀਂ ਵੇਟ ਨਾ ਕਰੋ ਇਸ ਚੀਜ਼ ਨੂੰ ਲੈ ਕੇ, ਤੁਹਾਨੂੰ ਸ਼ਿਫਟ ਕਰਨਾ ਚਾਹੀਦਾ ਹੈਗਾ ਕਿਉਂਕਿ ਸ਼ਿਫਟਿੰਗ ਦੇ ਦੌਰਾਨ ਪ੍ਰੋਸੈਸ ਨੂੰ ਕਾਫੀ ਟਾਈਮ ਲੱਗਣਾ ਹੈ, ਨਵੀਂ LOA ਮੰਗਾਣੀ ਪਏਗੀ, ਠੀਕ ਹੈ ਜੀ। ਸੋ ਜਿਹੜੇ ਤਾਂ ਬੱਚੇ ਫਸੇ ਹੋਏ ਹੈਗੇ ਆ ਉਹਨਾਂ ਨੂੰ ਕਹੂੰਗਾ ਜੀ ਕਿ ਤੁਸੀਂ ਵੀ ਆਪਣਾ ਘਬਰਾਓ ਨਾ, ਚੰਗੀ ਸਲਾਹ ਲਓ ਸਾਡੇ ਤੋਂ ਕਿਉਂਕਿ ਅਸੀਂ ਫੋਕੇ ਫੈਰ ਨਹੀਂ ਮਾਰਦੇ ਪਏ ਜਿਵੇਂ ਕਿ ਬਾਕੀ ਤੁਹਾਡੇ ਨਾਲ ਸਾਰੇ ਸਿਰਫ ਔਰ ਸਿਰਫ ਫੋਕੇ ਫੈਰ ਛੱਡਣ ਡੇ ਹੈ, ਗੱਲਾਂ ਤੁਹਾਨੂੰ ਕੋਈ ਚੱਜ ਦੀ ਸਲਾਹ ਨਹੀਂ ਦੇਣ ਡੇ, ਤੁਹਾਨੂੰ ਡਰਾਉਣ ਡੇ ਹੈਗੇ ਜੀ ਐਂ ਹੋ ਜਾਊਗਾ ਜੀ ਉਹ ਹੋ ਜਾਊਗਾ। ਸੋ ਕੋਈ ਵੀ ਗੌਰਮੈਂਟ ਦਾ ਇਹੋ ਜਿਹਾ ਰੂਲ ਨਹੀਂ ਹੈਗਾ ਕਿ ਜਿੱਥੇ ਤੁਸੀਂ ਕਾਲਜ ਤੋਂ ਰਿਫੰਡ ਨਹੀਂ ਲੈ ਸਕਦੇ। ਇਹ ਸਿਰਫ ਔਰ ਸਿਰਫ ਤੁਹਾਡਾ ਕੰਸਲਟੈਂਟ ਜਿਹੜਾ ਤੁਹਾਨੂੰ ਇਹ ਗੱਲਾਂ ਕਹਿ ਰਿਹਾ ਜੀ ਕਿ ਰਿਫੰਡ ਲੈ ਲੂੰਗੇ, ਤੁਹਾਡੀ ਫਾਈਲ ਵੀਕ ਹੋ ਜਾਊਗੀ ਜੀ, ਤੁਸੀਂ ਵਿਡਰਾਅ ਕਰੋਗੇ ਜੀ ਐਂ ਹੋ ਜਾਊਗਾ। ਸੋ ਕੁਛ ਵੀ ਇਹੋ ਜਿਹਾ ਨਹੀਂ ਹੋਣਾ, ਮੰਨੋ ਮੇਰੀ ਗੱਲ ਨੂੰ, ਮੈਂ ਤੁਹਾਨੂੰ ਸੱਚੀ ਸਲਾਹ ਦੇ ਰਿਹਾ, ਸੱਚੀ ਸਲਾਹ ਦੇ ਰਿਹਾ ਕਿਉਂਕਿ ਸਾਡੀ ਸਲਾਹ ਜੋ ਵੀ ਸਲਾਹ ਹੈਗੀ ਜੀ ਉਹ ਇੱਕ IRCC ਦੇ ਪੈਨਲ ਦੇ ਅੰਡਰ ਜਿਹੜੀ ਅਸੀਂ ਉਹਨਾਂ ਕੋਲੋਂ ਸਲਾਹਾਂ ਲੈ ਰਹੇ ਹਾਂ, ਜਿਹੜੀ ਅਸੀਂ ਉਹਨਾਂ ਨੂੰ ਆਪਣੇ ਜਿਹੜਾ ਇੱਥੇ ਹੱਡ ਬੀਤੀਆਂ ਗੱਲਾਂ ਹੋ ਰਹੀਆਂ ਉਹ ਸਾਰੀਆਂ ਗੱਲਾਂ ਅਸੀਂ ਸ਼ੇਅਰ ਕਰਦੇ ਹਾਂ ਕਿਉਂਕਿ ਜਿੰਨੇ ਸਵਾਲ ਤੁਸੀਂ ਸਾਨੂੰ ਪੁੱਛੇ ਸਾਰੇ ਸਵਾਲਾਂ ਦੇ ਜਵਾਬ ਅਸੀਂ ਉਹਨਾਂ ਕੋਲੋਂ ਕੈਨੇਡਾ ਤੋਂ ਲਿੱਤੇ ਹੈਗੇ ਹੈ। ਸੋ ਉਸ ਤੋਂ ਬਾਅਦ ਜੀ ਸੈਕੰਡ ਸਵਾਲ ਹੈਗਾ ਜੀ ਉਹੀ ਸੇਮ ਕੁਐਸਚਨ ਜਿਹੜਾ ਰਿਪੀਟ ਹੈਗਾ ਜੀ ਕਿ ਮੈਂ ਆਇਲਸ ਐਕਸਪਾਇਰ ਹੋ ਚੁੱਕੀ ਹੈ ਕਿ ਸਰ ਹੁਣ ਮੈਂ ਦੂਸਰੇ ਕਾਲਜ 'ਚ ਕਿੱਦਾਂ ਅਪਲਾਈ ਕਰ ਸਕਦਾ ਹੈ। ਸੋ ਨੋ ਨੀਡ ਟੂ ਵਰੀ, ਜੇ ਤੁਹਾਡੀ ਆਇਲਸ ਐਕਸਪਾਇਰ ਵੀ ਹੋ ਗਈ ਹੈਗੀ ਹੈ ਤਾਂ ਵੀ ਤੁਸੀਂ IRCC ਦੀ ਹੈਲਪ ਦੇ ਨਾਲ ਵੈਬ ਫਾਰਮ ਰਾਹੀਂ ਤੁਸੀਂ ਆਪਣਾ ਐਕਸਪਲੇਨੇਸ਼ਨ ਜਿਹੜਾ ਹੈਗਾ ਇੱਕ ਚੰਗਾ ਐਕਸਪਲੇਨੇਸ਼ਨ ਦੇ ਕੇ ਤੁਸੀਂ ਅੰਬੈਸੀ ਤੋਂ ਅਪਰੂਵਲ ਲੈ ਸਕਦੇ ਹੋ ਆਪਣੇ ਦੂਜੇ ਕਾਲਜ ਲਈ ਕਿਉਂਕਿ ਦੇਖੋ ਜੋ ਤੁਹਾਡੇ ਨਾਲ ਬੀਤਰੀ ਹੈਗੀ ਹੈ ਇਹ ਡੈਫੀਨੇਟਲੀ ਕੈਨੇਡੀਅਨ ਗਵਰਨਮੈਂਟ ਨੂੰ ਵੀ ਪਤਾ ਹੈ ਕਿ ਮੌਂਟਰੀਅਲ ਦੇ ਵਿੱਚ ਕੀ ਚੱਲ ਰਿਹਾ ਹੈਗਾ। ਇਹ ਨਾ ਸੋਚੋ ਕਿ ਉਹਨਾਂ ਦੇ ਅੱਖਾਂ 'ਚ ਵਿੱਚ ਮਿੱਟੀ ਪਈ ਹੈ ਜਾਂ ਰੇਤਾ ਪਿਆ ਜਿਹੜਾ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ, ਉਹਨਾਂ ਨੂੰ ਸਾਰੀ ਗੱਲ ਦਾ ਪਤਾ ਹੈਗਾ ਕਿਉਂਕਿ ਸਾਰੀ ਸੈਂਟਰਲਾਈਜ਼ਡ ਬੋਡੀ ਹੈਗੀ ਹੈ, ਹਰ ਇੱਕ ਕਾਲਜ ਇੱਕ ਗਵਰਨਮੈਂਟ ਦੇ ਨਾਲ ਹਰ ਇੱਕ ਚੀਜ਼ ਦਾ ਜਸਟ ਟਰੂਡੋ ਨੂੰ ਪਤਾ ਹੈਗਾ ਕਿ ਕੀ ਹੋ ਰਿਹਾ ਹੈਗਾ ਕੀ ਨਹੀਂ ਹੋ ਰਿਹਾ। ਸੋ ਜੇ ਉੱਧਰ ਦੇ ਪ੍ਰਧਾਨ ਮੰਤਰੀ ਨੂੰ ਇਹ ਗੱਲ ਦਾ ਪਤਾ ਹੈਗਾ ਤੇ ਕਿਸ ਨੂੰ ਨਹੀਂ ਪਤਾ ਇਹ ਦੱਸੋ। ਸੋ ਇਹੋ ਜਿਹੀ ਗੱਲਾਂ ਦੇ ਉੱਤੇ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ ਹੈ ਕਿ ਮੇਰੀ ਆਇਲਸ ਐਕਸਪਾਇਰ ਹੋ ਗਈ ਹੈਗੀ ਹੈ ਤੇ ਮੈਂ ਕਿਵੇਂ ਦੂਜੇ ਕਾਲਜ 'ਚ ਜਾ ਸਕਦਾ ਹੈਗਾ। ਅਸੀਂ ਤੁਹਾਨੂੰ ਹੈਲਪ ਕਰਾਂਗੇ, ਤੁਸੀਂ ਆਪਣੇ ਆਪ ਦੇਖੋਗੇ ਜਦ ਤੁਹਾਡਾ ਅਸੀਂ ਵੀਜ਼ਾ ਲਿਆਉਣ ਦੇ ਵਿੱਚ ਤੁਹਾਡੀ ਮਦਦ ਕਰਾਂਗੇ। ਸੋ ਡਰਨ ਦੀ ਕੋਈ ਲੋੜ ਨਹੀਂ ਹੈ। ਸੋ ਤੀਜਾ ਸਵਾਲ ਹੈਗਾ ਜੀ ਬੱਚੇ ਦਾ ਕਿ ਸਰ ਮੇਰੀ CAQ ਦਾ ਟਾਈਮ ਜਿਹੜਾ ਸੀਗਾ 1 ਸਾਲ ਦੀ ਵੈਲਿਡ ਹੁੰਦੀ ਹੈ, ਮੈਡੀਕਲ ਵੈਲਿਡ ਹੁੰਦਾ ਜੀ, ਉਹ ਆਲਰੇਡੀ ਟਾਈਮ ਨਿਕਲ ਚੁੱਕਾ ਹੈ। ਸੋ ਫਿਰ ਮੈਂ ਕਹੂੰਗਾ ਜੀ ਕਿ ਜੇ ਟਾਈਮ ਨਿਕਲ ਗਿਆ ਘਬਰਾਉਣ ਦੀ ਲੋੜ ਨਹੀਂ ਹੈਗੀ ਹੈ, ਤੁਸੀਂ ਆਪਣੀ ਜਿਹੜੀ ਹੈਗੀ ਹੈ ਜੀ ਰਿਫੰਡ ਵੱਲ ਨੂੰ ਜਾਓ ਕਿਉਂਕਿ ਰਿਫੰਡ ਮੈਂ ਬਾਰ-ਬਾਰ ਹਰ ਇੱਕ ਕੁਐਸਚਨ ਦੇ ਵਿੱਚ ਕਿਉਂ ਕਹਿ ਰਿਹਾ ਹੈਗਾ ਕਿਉਂਕਿ ਜਿਹੜੇ ਕਾਲਜ ਮੌਂਟਰੀਅਲ ਦੇ ਵਿੱਚ ਆਲਰੇਡੀ ਸਸਪੈਂਡਡ ਹੋ ਚੁੱਕੇ ਹੈਗੇ ਹੈ ਔਰ ਉਹ ਜੇ ਹੁਣ ਤਿਕੜਮ ਲਾਣਗੇ ਕਿ ਮੈਂ ਆਪਣੀ ਇੰਨੀਆਂ ਐਪਲੀਕੇਸ਼ਨਾਂ ਖਰਾਬ ਨਾ ਹੋਣ ਦੇਵਾਂ ਤੇ ਡੈਫੀਨੇਟਲੀ ਉਹ A ਕਾਲਜ ਟੂ B ਕਾਲਜ ਦੇ ਵਿੱਚ ਜਾ ਕੇ ਉਹਨਾਂ ਦੇ ਡਾਇਰੈਕਟਰ ਨਾਲ ਗੱਲ ਕਰੇਗਾ ਕਿ ਯਾਰ ਮੇਰੇ ਇੰਨੇ ਕੇਸ ਹੈਗੇ ਹੈ, ਤੂੰ ਇਦਾਂ ਕਰ ਵੀ 2 ਪੈਸੇ ਤੂੰ ਕਮਾ ਲੈ 2 ਪੈਸੇ ਮੈਂ ਕਮਾ ਲੈਣਾ ਹੈਗਾ, ਵੀ ਤੂੰ ਮੇਰੀ ਜਿਹੜੀ ਹੈਗੇ ਕਾਲਜ ਦੇ ਵਿੱਚ ਆਪਣੇ LOA ਦੇ ਦੇ ਬਟ ਵਿਦਆਊਟ ਪੇਇੰਗ ਟਿਊਸ਼ਨ ਫੀਸ। ਯਾਨੀ ਜੇ ਉਸ ਨਵੇਂ ਕਾਲਜ ਦੇ ਵਿੱਚ ਤੁਹਾਡੀ ਟਿਊਸ਼ਨ ਫੀਸ ਗਈ ਨਹੀਂ ਤੇ ਤੁਹਾਨੂੰ ਆਪ ਜੱਜਮੈਂਟ ਲੈ ਲੈਣੀ ਚਾਹੀਦੀ ਹੈਗੀ ਹੈ ਵੀ ਕਿਹੜੇ ਕੰਮ ਹੋ ਰਹੇ ਹੈਗੇ ਆ। ਸੋ ਉਹੀ ਜਿਹੜੇ ਕੰਮ ਪਹਿਲਾਂ ਹੋਏ ਜੀ ਉਹੀ ਕੰਮ ਹੁਣ ਦੂਜਾ ਕਾਲਜ ਵੀ ਕਰ ਰਿਹਾ। ਸੋ ਜਿਹੜਾ ਪਹਿਲੇ ਸਸਪੈਂਡ ਹੋ ਗਿਆ ਜੀ ਉਹ ਹੁਣ ਦੂਜੇ ਨੂੰ ਵੀ ਚਾਹ ਰਿਹਾ ਹੈਗਾ ਕਿ ਜੀ ਸਸਪੈਂਡ ਹੋਣ ਦੀ ਤਦਾਰ ਤੇ ਉਹਨੂੰ ਵੀ ਕਰ ਦੇਵੇ ਕਿਉਂਕਿ ਇੱਕ ਕਾਲਜ ਜਦ ਦੇਖਦਾ ਮੈਂ ਸਸਪੈਂਡ ਹੋ ਗਿਆ ਜੀ ਦੂਜਾ ਕਾਲਜ ਠੀਕ ਹੈ ਜੀ ਤੇ ਉਹਨੂੰ ਸਾੜਾ ਤੇ ਪੈਣਾ ਹੀ ਪੈਣਾ। ਸੋ ਕਾਫੀ ਬੰਦਿਆਂ ਨੂੰ ਇਸ ਚੀਜ਼ ਦਾ ਸਾੜਾ ਵੀ ਪੈਣਾ ਹੈਗਾ। ਸੋ ਪੈਣ ਦਿਓ, ਫਰਕ ਨਹੀਂ ਪੈਣਾ ਚਾਹੀਦਾ ਕਿਉਂਕਿ ਫਰਕ ਤੁਹਾਨੂੰ ਪੈਣਾ ਕਿਸੇ ਦੂਜੇ ਨੂੰ ਨਹੀਂ ਪੈਣਾ। ਪੈਸੇ ਤੁਹਾਡੇ ਲੱਗੇ, ਤੁਹਾਡੇ ਮਾਪਿਓ ਦੇ ਲੱਗੇ ਆ, ਉਹਨਾਂ ਦੇ ਘਰੋਂ ਨਹੀਂ ਪੈਸੇ ਨਿਕਲੇ ਆ। ਸੋ
ਕੋਈ ਵੀ ਸਿਆਣਾ ਕੰਸਲਟੈਂਟ ਨਹੀਂ ਹੈਗਾ, ਜਿਹੜਾ ਏਜੰਟ ਨਹੀਂ ਹੈਗਾ ਜਿਹੜਾ ਆਪਣੀ ਜੇਬੋਂ ਪੈਸੇ ਲਾ ਕੇ ਤੁਹਾਨੂੰ ਇਹ ਹੱਲਾਸ਼ੇਰੀ ਦੇ ਰਿਹਾ ਜੀ ਕਿ ਫੀਸ ਆਫਟਰ ਵੀਜ਼ਾ ਲੈ ਲਓ। ਉਹ ਫੀਸ ਆਫਟਰ ਵੀਜ਼ਾ ਲੈਣ ਦਾ ਮਕਸਦ ਇਹ ਹੈ ਕਿ ਜਦ ਕਾਲਜ ਹੀ ਨਹੀਂ ਫੀਸ ਲੈ ਰਿਹਾ ਤੇ ਤੁਹਾਡਾ ਕਿਹੜਾ ਏਜੰਟ ਇਹੋ ਜਿਹਾ ਜਿਹੜਾ ਕਿ ਆਪਣੀ ਜੇਬੋਂ ਪੈਸੇ ਪਾ ਰਿਹਾ? ਕੋਈ ਜੇਬੋਂ ਪੈਸੇ ਨਹੀਂ ਪਾ ਰਿਹਾ। ਇਹ ਸਿਰਫ ਇੱਕ ਸਟੰਟ ਹੋ ਰਿਹਾ ਹੈਗਾ, ਜਿਵੇਂ ਕਿ ਸਰਕਾਰਾਂ ਕਰਦੀਆਂ ਹੈਗੀਆਂ ਉੱਦਾਂ ਹੀ ਇਹਨਾਂ ਨੇ ਹੁਣ ਏਜੰਟਾਂ ਨੇ ਇਹ ਧੰਦਾ ਫੜ ਲਿਆ ਕਿ ਭਾਈ ਪੂਰਾ ਫਾਇਦਾ ਚੱਕੋ। ਜਿਹੜੇ ਬੱਚੇ ਫਸੇ ਹੋਏ ਹੈਗੇ ਆ ਉਹਨਾਂ ਤੋਂ ਤਾਂ ਸਾਨੂੰ ਕੁਝ ਮਿਲਣਾ ਨਹੀਂ ਹੈਗਾ, ਤੇ ਫਸੇ ਹੋਏ ਕੋਲੋਂ ਹੀ ਕੁਝ ਕਢਾ ਲਓ ਜੇ ਨਿਕਲਦਾ ਹੈਗਾ। ਸੋ ਬਚਣ ਦੀ ਲੋੜ ਹੈਗੀ ਆ। ਉਸ ਤੋਂ ਬਾਅਦ ਜੀ ਸਵਾਲ ਹੈਗਾ ਜੀ ਬੱਚੇ ਦਾ ਕਿ ਸਰ ਮੌਂਟਰੀਅਲ ਦੇ ਵਿੱਚ ਸਰ ਜਿਹੜੇ ਕਾਲਜ ਸਸਪੈਂਡ ਹੋ ਗਏ ਹੈ, ਕੀ ਇਹ ਸਸਪੈਂਡ ਹੋਣ ਤੋਂ ਬਾਅਦ ਇਹ ਉਸ ਸਸਪੈਂਡਡ ਲਿਸਟ ਤੋਂ ਬਾਹਰ ਕਾਲਜ ਆਣਗੇ ਨਹੀਂ? ਸੋ ਦੇਖੋ ਜੀ ਇਸ ਬਾਰੇ ਮੈਂ ਗਾਰੰਟੀ ਕੋਈ ਦੇ ਨਹੀਂ ਸਕਦਾ, ਕਿਉਂਕਿ ਹਾਲੇ ਤੱਕ ਜਿਹੜੇ ਕਾਲਜ ਆਪ ਨਹੀਂ ਇਸ ਚੀਜ਼ ਤੋਂ ਸ਼ੋਰਿਟੀ ਲੈ ਕੇ ਬੈਠੇ ਹੈ। ਤੁਸੀਂ ਦੇਖੋ CDI ਕਾਲਜ ਹੋ ਗਿਆ ਜਾਂ ਕੈਨੇਡਾ ਕਾਲਜ ਹੋ ਗਿਆ, ਆਪਣੀ ਸਾਈਟਾਂ ਤੇ ਪਾਇਆ ਹੈ ਕਾਲਜ ਨੇ, CDI ਨੇ ਕਿ ਜੀ ਮੈਂ ਤੁਹਾਨੂੰ ਦੂਜੇ ਕਾਲਜ 'ਚ ਸ਼ਿਫਟ ਕਰਾ ਦਿੰਦਾ। ਦੈਟ ਮੀਨਸ ਜੋ ਤੁਹਾਨੂੰ ਦੂਜੇ ਕਾਲਜ 'ਚ ਸ਼ਿਫਟ ਕਰਵਾ ਰਿਹਾ ਹੈ, ਦੈਟ ਮੀਨਸ ਕਿ ਡੈਫੀਨੇਟਲੀ ਉਹਨੂੰ ਇਸ ਚੀਜ਼ ਦਾ ਡਰ ਹੈ ਕਿ ਉਹਦਾ DLI ਨੰਬਰ ਜਿਹੜਾ ਹੈਗਾ ਮਿਲਣਾ ਹੀ ਨਹੀਂ ਉਹਨੂੰ। ਸੋ ਇਹ ਚੀਜ਼ ਤੁਹਾਨੂੰ ਆਪ ਹੀ ਪਤਾ ਚੱਲ ਰਹੀ ਹੈ। ਇੰਨੇ ਕੁ ਸਿਆਣੇ ਬਣ ਜਾਓ, ਦੁੱਧ ਪੀਂਦੇ ਬੱਚੇ ਨਹੀਂ ਹੈਗੇ ਹੋ ਤੁਸੀਂ, ਠੀਕ ਹੈ ਜੀ। ਸੋ ਉਸ ਤੋਂ ਬਾਅਦ ਇੱਕ ਸਵਾਲ ਜਿਹੜਾ ਬੱਚੇ ਦਾ ਆਇਆ ਹੈਗਾ ਕਿ ਸਰ ਮੈਂ ਆਪਣੀ 1 ਸਾਲ ਦੀ ਫੀਸ ਦੇ ਕੇ ਬੈਠਾ ਜੀ ਮੌਂਟਰੀਅਲ ਦੇ ਵਿੱਚ, ਠੀਕ ਹੈ ਸਰ। ਸੋ ਹੁਣ ਤੁਸੀਂ ਇਹ ਦੱਸੋ ਕਿ ਜਿਹੜੀ ਫੀਸ ਮੈਂ ਦੂਜੇ ਕਾਲਜ ਦੀ ਦੇਣੀ ਹੈਗੀ ਹੈ ਸਰ, 1 ਸਾਲ ਦੀ ਫੀਸ ਹੋਰ ਸਾਨੂੰ ਦੇਣ ਲਈ ਬਹੁਤ ਪਰੇਸ਼ਾਨੀ ਹੋਏਗੀ, ਔਰ ਜਿਹੜੀ ਫੀਸ ਅਸੀਂ ਮੌਂਟਰੀਅਲ 'ਚ ਦਿੱਤੀ ਹੈ ਕੀ ਉਹ ਰਿਫੰਡ ਹੋ ਜਾਏਗੀ? ਯੈਸ, ਜਿਹੜੀ ਫੀਸ ਤੁਸੀਂ ਮੌਂਟਰੀਅਲ ਕਾਲਜ ਨੂੰ ਦਿੱਤੀ ਹੈਗੀ ਹੈ ਅਕੋਰਡਿੰਗ ਟੂ ਦ ਗਵਰਨਮੈਂਟ ਲਾਅ, ਗਵਰਨਮੈਂਟ ਪੋਲਿਸੀ, ਇੰਟਰਨੈਸ਼ਨਲ ਸਟੂਡੈਂਟ ਦੀ ਫੀਸ ਕੋਈ ਕਾਲਜ ਵੀ ਮਾਰ ਨਹੀਂ ਸਕਦਾ। ਇਹ ਕੋਈ UK ਨਹੀਂ ਹੈਗਾ ਕਿ UK ਦੇ ਵਿੱਚ ਜਿੱਦਾਂ ਕਿ ਸੀਨ ਹੋਇਆ ਸੀ 2012-13 ਦੇ ਵਿੱਚ, ਪੰਜਾਬੀਆਂ ਨੇ, ਗੁਜਰਾਤੀਆਂ ਨੇ, ਪਾਕਿਸਤਾਨੀਆਂ ਨੇ ਕਾਲਜ ਖੋਲ੍ਹ ਲਿਆ ਜੀ, ਤੇ ਪ੍ਰਾਈਵੇਟ ਕਾਲਜ ਖੋਲ੍ਹ ਕੇ ਜੀ ਬੱਚਿਆਂ ਕੋਲੋਂ ਫੀਸਾਂ ਮੰਗਾ ਲੀਆਂ। ਉਸ ਤੋਂ ਬਾਅਦ ਜੀ ਚਿੜੀ ਹੋ ਗਏ, ਉਸ ਤੋਂ ਬਾਅਦ ਫਰਜੀ ਹੋ ਗਏ, PO ਹੋ ਗਏ ਜੀ, ਪਕੌੜੇ ਬਣ ਗਏ, ਪਤਾ ਹੀ ਨਹੀਂ ਕਾਲਜ ਖੁੱਲ੍ਹਾ ਕਿ ਨਹੀਂ ਬੰਦ ਜੀ, ਸਾਰੇ ਹੋ ਗਏ ਕਾਲਜ, ਫੀਸਾਂ ਫਸ ਗਈਆਂ। ਸੋ ਇਹੋ ਜਿਹਾ ਕੈਨੇਡਾ 'ਚ ਨਹੀਂ ਹੋ ਸਕਦਾ। ਕੈਨੇਡਾ ਦੇ ਵਿੱਚ ਤੁਸੀਂ ਇਹ ਹਿਸਾਬ ਲਾ ਲਓ ਵੀ ਯੂਨਿਟੀ ਬਹੁਤ ਹੈ, ਬਹੁਤ ਇਹੋ ਜਿਹੇ ਲੋਕੀ IRCC ਜੁੜੇ ਹਨ ਜਿਹੜੇ ਸਮਾਜਿਕ ਸੇਵਾ ਵੀ ਕਰਦੇ ਹਨ। ਜਿਵੇਂ ਇੱਥੇ ਵੀ ਅਸੀਂ ਲੋਕੀ ਦੇਖੇ ਕਿ 10% ਸਮਾਜਿਕ ਸੇਵਕ ਹਨ, ਉੱਦਾਂ ਹੀ ਉੱਥੇ ਵੀ ਹਨ। ਸੋ ਘਬਰਾਉਣ ਦੀ ਲੋੜ ਨਹੀਂ, ਤੁਹਾਡੀ ਫੀਸਾਂ ਨਹੀਂ ਫਸਣ ਦਿੰਦੇ, ਚਾਹੇ ਤੁਹਾਨੂੰ ਲਾਇਰ ਕਰਨਾ ਪਏ ਅਸੀਂ ਲਾਇਰ ਵੀ ਕਰਕੇ ਤੁਹਾਨੂੰ ਦੇਵਾਂਗੇ, ਤੁਹਾਡੀ ਫੀਸਾਂ ਨਹੀਂ ਮਰਦੀਆਂ, ਠੀਕ ਹੈ ਜੀ। ਸੋ ਤੁਸੀਂ ਜੇ ਸਾਲ ਦੀ ਫੀਸ ਦਿੱਤੀ ਹੈ, ਠੀਕ ਹੈ, ਮੈਂ ਤੁਹਾਡਾ ਸਮਝਦਾ ਕਿ ਤੁਹਾਡਾ ਇੱਕ ਬਹੁਤ ਵੱਡਾ ਬੋਝ ਹੈਗਾ ਕਿ ਤੁਸੀਂ ਜੇ ਆਪਣੇ ACES ਤੋਂ ਅਪਲਾਈ ਕਰਦੇ ਹੋ ਸਰ ਵੀ ਤੁਸੀਂ ਸਾਡੀ ਇੱਕ ਨਵੇਂ ਕਾਲਜ 'ਚ ਅਪਲਾਈ ਕਰਕੇ ਵੀ ਦੋਗੇ ਤਾਂ ਉੱਥੇ ਵੀ ਤਾਂ ਸਾਨੂੰ ਸਾਲ ਦੀ ਫੀਸ ਦੇਣੀ ਪਏਗੀ। ਸੋ ਬੱਚਿਓ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਔਰ ਕਰ ਵੀ ਲਿਆ, ਬੜੀ ਜਲਦੀ ਅਸੀਂ ਇਹ ਤੁਹਾਨੂੰ ਕਲੀਅਰ ਵੀ ਕਰ ਦਾਂਗੇ। ਅਗਲੀ ਵੀਡੀਓਜ਼ ਦੇ ਵਿੱਚ ਅਸੀਂ ਹੋਰ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਕਿ ਜਿਹਦੇ ਵਿੱਚ ਅਸੀਂ IRCC ਨੂੰ ਕਹਿ ਦਿੱਤਾ ਹੈਗਾ ਜੀ ਕਿ ਪਲੀਜ਼ ਸਰ ਸਾਡੀ ਮਦਦ ਕਰੋ, ਕਿ ਕਾਲਜਿਸ ਨਾਲ ਗੱਲ ਕਰੋ ਕਿ ਕੀ ਅਸੀਂ 6 ਮੰਥ ਦੀ ਫੀਸ ਪੇ ਕਰਕੇ ਅਸੀਂ ਆ ਸਕਦੇ ਹਾਂ। ਸੋ ਬੜੀ ਜਲਦੀ ਜੀ ਇਹ ਵੀ ਅਨਾਉਂਸਮੈਂਟ ਮੈਂ ਕਰ ਦਾਂਗਾ ਕਿ ਤੁਸੀਂ ਆਪਣੀ 6 ਮਹੀਨੇ ਦੀ ਫੀਸ ਦੇ ਕੇ ਮੌਂਟਰੀਅਲ ਤੋਂ ਜਦ ਰਿਫੰਡ ਆਣਾ ਹੈ ਉਹ ਆਂਦਾ ਰਹੂਗਾ, ਤੁਹਾਡਾ 7-8-9 ਲੱਖ ਰੁਪਏ ਜਿਹੜਾ ਆਣਾ ਹੈਗਾ, ਤੁਸੀਂ ਆਪਣਾ 3.5-4 ਲੱਖ ਜੋ 4.5 ਲੱਖ ਜੋ ਵੀ ਫੀਸ ਹੈ 6 ਮਹੀਨੇ ਦੀ ਉਹ ਪੇ ਕਰਕੇ ਤੁਸੀਂ ਨਵੀਂ LOA ਲੈ ਕੇ ਆਪਣੀ ਜਿਹੜੀ ਹੈਗੀ ਹੈ ਜੀ ਗਵਰਨਮੈਂਟ ਕਾਲਜ ਦੇ ਵਿੱਚ ਅਦਰ ਪ੍ਰੋਵਿੰਸਿਸ ਦੇ ਵਿੱਚ ਅਪਲਾਈ ਕਰਕੇ ਆਪਣਾ ਵੀਜ਼ਾ ਅਪਲਾਈ ਕਰੋ, ਕਿਉਂਕਿ ਇੰਨਾ ਟਾਈਮ ਆਪਣਾ ਵੇਸਟ ਨਾ ਕਰੋ। ਗੈਪ ਪੈਂਦਾ ਜਾ ਰਿਹਾ ਹੈ, ਕੋਈ ਫਾਇਦਾ ਨਹੀਂ ਹੋਣਾ ਤੁਹਾਨੂੰ ਫਿਰ ਇਹ ਚੀਜ਼ਾਂ ਤੋਂ। ਸੋ IELTS ਜਿਹੜੇ ਬੱਚਿਆਂ ਦੀ ਐਕਸਪਾਇਰ ਹੋਈ ਹੈਗੀ ਹੈ ਉਹ ਵਿਡਰੋ ਨਾ ਕਰਨ, ਉਹ ਜ਼ਰੂਰ ਸਾਡੀ ਸਲਾਹ ਲੈ ਲੈਣ, ਬਾਅਦ 'ਚੋਂ ਤੁਹਾਨੂੰ ਪਛਤਾਣਾ ਨਾ ਪਵੇ। ਸੋ ਇਸੇ ਤਰ੍ਹਾਂ ਸਵਾਲ ਤਾਂ ਜਿਹੜੇ ਹੈਗੇ ਜੀ ਕਾਫੀ ਬੱਚਿਆਂ ਨੇ ਪੁੱਛੇ ਹੈਗੇ। ਸੋ ਜਿਹੜੇ ਬੱਚੇ ਹੁਣ ਵੀ ਮੇਰੇ ਸਵਾਲਾਂ ਦੇ ਜਵਾਬ ਜਿਹੜੇ ਮੈਂ ਦੇ ਦਿੱਤੇ ਹੈਗੇ, ਜੇ ਮੈਂ ਕੁਝ ਮਿਸ ਕਰ ਗਿਆ ਹੈਗਾ ਤੇ ਤੁਸੀਂ ਮੈਨੂੰ ਜ਼ਰੂਰ ਜਿਹੜਾ ਹੈਗਾ ਜੀ ਫੇਸਬੁੱਕ ਮਾਧਿਅਮ ਰਾਹੀਂ ਜਾਂ YouTube ਮਾਧਿਅਮ ਰਾਹੀਂ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰੋ ਤੇ ਉਹ ਸਵਾਲਾਂ ਦੇ ਜਵਾਬ ਲਓ, ਬਿਕੋਜ਼ ਜਿਹੜੇ ਜਵਾਬ ਹੈਗੇ ਜੀ ਡੈਫੀਨੇਟਲੀ ਅਸੀਂ ਦੇਣ ਨੂੰ ਤਿਆਰ ਹੈਗੇ ਆ। ਸੋ ਮਿਸ ਗਾਈਡ ਨਾ ਹੋ, ਇਹ ਚੀਜ਼ਾਂ ਨੂੰ ਬਹੁਤ ਜਿਹੜਾ ਮੌਂਟਰੀਅਲ ਦੇ ਮੁੱਦੇ ਨੂੰ ਲੈ ਕੇ ਮਿਸ ਗਾਈਡ ਕੀਤਾ ਜਾ ਰਿਹਾ ਹੈਗਾ। ਸੋ ਇਹ ਸਿਰਫ ਰੋਟੀਆਂ ਸੇਕ ਰਹੇ ਆਪਣੀ, ਬਟ ਇਹ ਨਹੀਂ ਦੇਖ ਰਹੇ ਕਿ ਇੱਕ ਕਿਸਾਨ ਪਰਿਵਾਰ ਜਿਸ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਜੀ ਆਪਣੇ ਬੱਚੇ ਲਈ ਪੈਸੇ ਜੋੜ ਕੇ ਉਹਦਾ ਭਵਿੱਖ ਬਣਾਉਣ ਲਈ ਜੀ ਉਹਨੂੰ ਬਾਹਰ ਭੇਜਣਾ ਚਾਹਿਆ ਹੈਗਾ, ਤੇ ਅੱਜ ਜੇ ਉਹ ਇੱਕ ਪਰੇਸ਼ਾਨੀ ਦੇ ਵਿੱਚ ਹੈਗਾ ਉਹਦਾ ਬੱਚਾ ਤੇ ਉਹਦਾ ਪਰਿਵਾਰ, ਤੇ ਸਾਨੂੰ ਮਦਦ ਕਰਨੀ ਚਾਹੀਦੀ ਹੈ।